ਹਾਲੇ ਉਹਨਾਂ ਦੇ ਪਹਿਲਾ ਬਿਆਨ ਖਾਲਿਸਤਾਨ ਬਾਰੇ ਉੱਥੇ ਚਰਚਾ ਚੱਲ ਹੀ ਰਹੀ ਸੀ ਕਿ ਕੱਲ ਕੀਰਤਪੁਰ ਸਾਹਿਬ ਦੇ ਵਿੱਚ ਉਹਨਾਂ ਨੇ ਜੋ ਆਪਣੇ ਭਾਸ਼ਣ 'ਚ ਮੁੱਦਾ ਉਠਾਇਆ ਉਹ ਬਹੁਤ ਅਹਿਮ, ਬਹੁਤ ਮਹੱਤਵਪੂਰਨ ਤੇ ਬਹੁਤ ਦੂਰਗਾਮੀ ਨਤੀਜਿਆਂ ਵਾਲਾ ਹੈ। ਉਹ ਕਹਿਣ ਲੱਗੇ ਕਿ ਜਿਹੜੇ ਦੇਸ਼ ਅੰਦਰ ਘੱਟ ਗਿਣਤੀਆਂ ਨੇ ਜਿਹੜੀਆਂ, ਉਹਨਾਂ ਨੂੰ ਆਰਥਿਕ ਤੇ ਸਰੀਰਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਸ਼ੁਰੂਆਤ ਮੁਸਲਮਾਨਾਂ ਤੋਂ ਹੋ ਚੁੱਕੀ ਹੈ, ਦਲਿਤ ਵੀ ਆਉਣਗੇ, ਸਿੱਖ ਵੀ, ਉਹਨਾਂ ਨਾਲ ਵੀ ਇਹੀ ਕੁਛ ਹੋਏਗਾ। ਉਹ ਕਹਿੰਦੇ ਸਾਡੇ ਤਾਂ ਜਿਹੜੇ ਧਾਰਮਿਕ ਸਥਾਨ ਢਾਏ ਜਾ ਚੁੱਕੇ ਨੇ, ਇੱਕ ਦੋ ਢਾਹ ਵੀ ਦਿੱਤੇ ਗਏ ਨੇ। ਇਹ ਸਭ ਕੁਛ ਧਾਰਮਿਕ ਕੱਟੜਤਾਵਾਦ ਹੈ। ਉਹਨਾਂ ਨੇ ਕਿਹਾ ਕਿ ਇਹ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ, ਇਹਨਾਂ ਨੂੰ ਬਚਾਉਣ ਦੀ ਲੋੜ ਹੈ, ਇਹਨਾਂ ਦੇ ਭਰੋਸੇਯੋਗਤਾ ਨੂੰ ਬਚਾਉਣ ਦੀ ਲੋੜ ਹੈ। ਇਹ ਜਿਹੜੇ ਦੇਸ਼ ਦੇ ਅੰਦਰ ਗੈਰ ਹਿੰਦੂਆਂ ਨੂੰ ਨਾ ਰਹਿਣ ਦੀਆਂ ਨੀਤੀਆਂ ਸ਼ੁਰੂ ਕੀਤੀਆਂ ਗਈਆਂ ਨੇ, ਉਹਨਾਂ ਬਾਰੇ ਬਹੁਤ ਖੁੱਲ੍ਹ ਕੇ ਬੋਲੇ ਉਹ। ਤੇ ਨਾਲ ਉਹਨਾਂ ਨੇ ਕਾਲੀਆਂ ਭੇਡਾਂ ਦਾ ਵੀ ਜ਼ਿਕਰ ਕੀਤਾ, ਜਿਹੜੀਆਂ ਅੰਦਰ ਤੇ ਬਾਹਰ ਬੈਠ ਕੇ ਇਹਨਾਂ ਸੰਸਥਾਵਾਂ ਤੇ ਜਿਹੜਾ ਹੈ ਅਸਰ ਪਾ ਰਹੀਆਂ ਨੇ। ਮੈਂ ਤਾਂ ਕੀ ਦੱਸੂ, ਬਹੁਤ ਕੁਛ ਕਿਹਾ, ਥੋੜਾ ਜਿਹਾ ਤੁਸੀਂ ਵੀ ਸੁਣ ਲਓ, ਫਿਰ ਮੈਂ ਤੁਹਾਡੇ ਨਾਲ ਮਹਿਮਾਨ ਜਿਹੜੇ ਨੇ ਉਹਨਾਂ ਦਾ ਤਾਰਫ ਕਰਾਉਣਾ ਹੈ। ਕੀ ਕਿਹਾ ਜਥੇਦਾਰ ਸਾਹਿਬ ਨੇ, ਸੁਣੋ ਜਰਾ। ਇਸ ਤਰ੍ਹਾਂ ਦੀਆਂ ਘੜੀਆਂ ਜਾ ਰਹੀਆਂ ਕਿ ਘੱਟ ਗਿਣਤੀਆਂ ਜਿਹੜੀਆਂ ਨੇ, ਮਿਨੋਰਟੀਜ਼ ਜਿਹੜੀਆਂ ਨੇ ਹਿੰਦੁਸਤਾਨ ਦੀਆਂ, ਉਹਨਾਂ ਨੂੰ ਜਿਹੜਾ ਹੈ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾਏ, ਉਹਨਾਂ ਨੂੰ ਸਰੀਰਕ ਤੌਰ ਤੇ ਪਰੇਸ਼ਾਨ ਕੀਤਾ ਜਾਏ। ਦਲਿਤਾਂ ਨਾਲ ਵੀ ਇਹੋ ਕੁਝ ਹੋਣਾ, ਸਾਡੇ ਨਾਲ ਵੀ ਇਹੋ ਕੁਝ ਹੋ ਰਿਹਾ, ਸਿੱਖਾਂ ਨਾਲ। ਇਹ ਗੱਲ ਵੱਖਰੀ ਹੈ ਕਿ ਪਹਿਲ ਜਿਹੜੀ ਹੈ ਉਹ ਮੁਸਲਮਾਨਾਂ ਤੋਂ ਪ੍ਰਾਰੰਭ ਹੋ ਚੁੱਕੀ ਹੈ, ਪਰ ਸਾਨੂੰ ਤਾਂ ਬਾਣੀ ਨੇ ਸਮਝਾਇਆ, ਪਾਰੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ। ਸੋ ਤੁਸੀਂ ਸੁਣਿਆ, ਇਹੋ ਜਿਹਾ ਕੁਛ ਕਿਹਾ ਹੈ। ਕਾਫੀ ਲੰਬਾ ਭਾਸ਼ਣ ਹੈ, ਜਿਹਦੇ ਕੁਛ ਪੁਆਇੰਟਸ ਮੈਂ ਤੁਹਾਨੂੰ ਦੱਸੇ ਨੇ। ਇਹ ਤੇ ਅੱਜ ਆਪਾਂ ਚਰਚਾ ਕਰਨੀ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਕਿਉਂ ਕਹਿਣਾ ਪੈ ਰਿਹਾ, ਕਿਉਂ ਕਿਹਾ ਜਾ ਰਿਹਾ, ਕਾਲੀਆਂ ਭੇਡਾਂ ਕਿਸ ਨੂੰ ਕਿਹਾ, ਕਿੱਧਰ ਨੂੰ ਜਾ ਰਹੀ ਹੈ ਸਿਆਸਤ, ਕੀ ਸਾਰਾ ਕੁਛ ਇਹ ਜੋ ਕਹਿ ਰਹੇ ਨੇ ਉਹ ਨਿੱਜੀ ਤੌਰ ਤੇ ਕਹਿ ਰਹੇ ਨੇ, ਜਾਂ ਇਹਦੇ ਪਿੱਛੇ ਸ਼੍ਰੋਮਣੀ ਕਮੇਟੀ ਦੇ ਆਖਰ ਅਥਾਰਟੀ ਜਿਹੜੀ ਪਾਰਟੀ ਹੈ ਉਹਦਾ ਵੀ ਕੋਈ ਰੋਲ ਹੈ, ਕੋਈ ਭੂਮਿਕਾ। ਬਹੁਤ ਸਾਰੇ ਸਵਾਲ ਲੋਕਾਂ ਦੇ ਮਨਾਂ 'ਚ ਉੱਠ ਰਹੇ ਨੇ। ਤੋ ਜਿੱਥੇ ਸਵਾਲ ਉਠਾਏ ਜਾ ਰਹੇ ਨੇ ਉਹ ਸਰਕਾਰ ਤੇ, ਉਹ ਸਰਕਾਰ 'ਚ ਸ਼੍ਰੋਮਣੀ ਅਕਾਲੀ ਦਲ ਆਪ ਸ਼ਾਮਿਲ ਹੈ। ਤੋ ਫਿਰ ਕੀ ਕਹੀਏ, ਕਿਹਦੇ ਸਵਾਲ ਉਠਾ ਰਹੇ ਨੇ, ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਤੇ ਆਪਾਂ ਅੱਜ ਚਰਚਾ ਕਰਨੀ ਹੈ। ਤੇ ਚਰਚਾ ਕਰਨ ਲਈ ਅੱਜ ਸਾਡੇ ਨਾਲ ਜੁੜੇ ਨੇ ਸਰਦਾਰ ਰੁਪਿੰਦਰ ਸਿੰਘ ਮੁੰਡੀ ਆਮ ਆਦਮੀ ਪਾਰਟੀ ਤੋਂ, ਤੇ ਡਾਕਟਰ ਕੇਰ ਸਿੰਘ ਸਾਡੇ ਨਾਲ ਸ਼ਾਮਿਲ ਨੇ, ਅੱਜ ਸਿਆਸੀ ਮਾਹਰ ਨੇ, ਤੇ ਨਾਲ ਕਾਂਗਰਸ ਵੱਲੋਂ MLA ਸਾਹਿਬ ਗਿੱਲ ਤੋਂ ਸਰਦਾਰ ਕੁਲਦੀਪ ਸਿੰਘ ਬੈਦ ਸਾਹਿਬ ਨੇ, ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਨੇ ਸਰਦਾਰ ਗੁਰਚਰਨ ਸਿੰਘ ਗਰੇਵਾਲ ਸਾਹਿਬ, ਔਰ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਗੁਰਦੀਪ ਸਿੰਘ ਬਠਿੰਡਾ ਸਾਡੇ ਨਾਲ ਜੁੜੇ ਨੇ। ਤੁਹਾਡਾ ਸਭ ਦਾ ਸਵਾਗਤ ਜੀ। ਮੈਂ ਗੱਲ ਹੀ ਤੁਹਾਡੇ ਤੋਂ ਸ਼ੁਰੂ ਕਰਦਾ ਹਾਂ। ਸਰਦਾਰ ਗੁਰਦੀਪ ਸਿੰਘ ਜੀ, ਕੀ ਲੱਗ ਕੀ ਰਿਹਾ ਹੈ, ਇਹ ਜਥੇਦਾਰ ਸਾਹਿਬ ਇਹ ਗੱਲ ਕਹਿ ਰਹੇ ਨੇ, ਇਹਦੇ ਪਿੱਛੇ ਕਿਸ ਕਿਸਮ ਦੀ ਕੋਈ ਸਿਆਸਤ ਹੈ, ਜਾਂ ਉਹ ਆਪਦੇ ਨਿੱਜੀ ਵਿਚਾਰ ਦੇ ਰਹੇ ਨੇ, ਜਾਂ ਤੁਹਾਡੇ ਖਿਆਲ ਸੱਚਮੁੱਚ ਇਹੋ ਜਿਹਾ ਕੁਛ ਹੋ ਰਿਹਾ, ਇਹ ਚੱਲ ਕੀ ਰਿਹਾ ਸਾਰਾ ਕੁਝ? ਵਾਹਿਗੁਰੂ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਤੁਸੀਂ ਵਿਸ਼ਾ ਉਠਾਇਆ, ਮੇਰੀ ਰਾਏ ਦੇ ਮੁਤਾਬਕ ਇਹਦੇ ਪਿੱਛੇ ਅਕਾਲੀ ਦਲ ਦਾ ਕੋਈ ਹੱਥ ਨਹੀਂ, ਕਿਉਂਕਿ ਅਕਾਲੀ ਦਲ ਤਾਂ ਜਿਨ੍ਹਾਂ ਦੇ ਉੱਤੇ ਅੱਜ ਦੋਸ਼ ਲੱਗ ਰਿਹਾ ਹੈ ਉਹ BJP ਹੈ, ਉਹਦੀ ਪਾਰਟਨਰ ਆ, ਉਸ ਕੈਬਨਿਟ ਦੇ ਵਿੱਚ ਹਿੱਸੇਦਾਰ ਹੈ। ਇਸ ਕਰਕੇ ਜੋ ਵਿਚਾਰ ਹੈ ਇਹ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨਿੱਜੀ ਹਨ, ਤੇ ਉਹ ਸੁਤੰਤਰ ਤੌਰ ਤੇ, ਮੇਰੀ ਰਾਏ ਦੇ ਮੁਤਾਬਕ ਉਹ ਸੁਤੰਤਰ ਤੌਰ ਤੇ ਕਹਿ ਰਹੇ ਹਨ। ਕਈ ਵਾਰੀ ਸਾਡੇ ਇੱਕ ਦੂਜੇ ਤੇ ਸ਼ੰਕੇ, ਦੇਸ਼ਵਾਸੀ ਜਾਂ ਰਾਜਸੀ ਵਿਰੋਧ ਹੈ ਜਿਹੜਾ, ਉਹਦੇ ਕਰਕੇ ਅਸੀਂ ਬਹੁਤ ਤਰ੍ਹਾਂ ਦੀ ਇਲਜ਼ਾਮਬਾਜ਼ੀ ਸਮਝਦੇ ਹੋਏ ਵੀ ਜਾਂ ਅਣਜਾਣੇ ਚਲਾ ਦਿੰਦੇ ਹਾਂ। ਮੇਰੀ ਰਾਏ ਦੇ ਬਾਰੇ ਬਹੁਤ ਸਪਸ਼ਟ ਆ, ਠੀਕ ਗਲਤ ਪਰਮਾਤਮਾ ਨੂੰ ਪਤਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਆਪਣੇ ਤੌਰ ਤੇ ਜੋ ਕੁਝ ਕਹਿ ਰਹੇ ਹਨ ਉਹ ਆਪਣੀ ਸੁਤੰਤਰ ਰਾਏ ਦੇ ਰਹੇ ਹਨ, ਨਾ ਕਿ ਬਾਦਲ ਦੇ ਕਹੇ ਤੋਂ। ਇਹ ਠੀਕ ਹੈ ਕਿ ਉਹ ਬਹੁਤ ਪ੍ਰਭਾਵ ਥੱਲੇ ਵੀ ਹੈ। ਵੇਖੋ, ਜੇ ਸਮੇਤ ਸਿੰਘ ਸੈਣੀ ਦੇ ਵਕੀਲ ਦੀ ਗੱਲ ਜੁਡੀਸ਼ੀਅਲ ਕਮਿਸ਼ਨ ਦੇ ਚੇਅਰਮੈਨ ਬਾਰੇ ਆਈ,
ਉਹ ਸ਼੍ਰੋਮਣੀ ਕਮੇਟੀ ਤੋਂ ਪੈਸੇ ਲੈ ਕੇ ਸੈਣੀ ਦਾ ਕੇਸ ਲੜੇ, ਸਾਰੇ ਪੁਲਿਸ ਮੁਕਾਬਲਿਆਂ ਵਾਲੇ ਪੁਲਿਸ ਅਫਸਰਾਂ ਦੇ ਕੇਸ ਲੜੇ ਤੇ ਅਕਾਲੀ ਦਲ ਦਾ ਬੁਲਾਰਾ ਵੀ ਹੋਵੇ, ਉੱਥੇ ਗਿਆਨੀ ਹਰਪ੍ਰੀਤ ਸਿੰਘ ਜੀ ਨਹੀਂ ਬੋਲੇ। ਇਹ ਅਫਸੋਸਨਾਕ ਵੀ ਹੈ। ਪਰ ਜਿੰਨਾ ਕੋਈ ਬੋਲਦਾ ਜੇ ਅਸੀਂ ਦੋ ਗੱਲਾਂ ਚੰਗੀਆਂ ਕਰਦਾ ਹੈ ਤੇ ਦੋ ਗਲਤ ਵੀ ਹੁੰਦੀਆਂ, ਅਸੀਂ ਦੋ ਉਹਨਾਂ ਗਲਤ ਚੰਗੀਆਂ ਨੂੰ ਰੱਦ ਕਰੀਏ, ਮੇਰੀ ਰਾਏ ਮੁਤਾਬਕ ਇਹ ਠੀਕ ਨਹੀਂ। ਇਹ ਉਹਨਾਂ ਦੀ ਸੁਤੰਤਰ ਹੈ, ਜਿਹੜੇ ਉਹਨਾਂ ਨੇ ਮੁੱਦੇ ਉਠਾਏ ਹੈ, ਇੱਕ ਸੱਚਾਈ ਹੈ। ਕਿਉਂਕਿ ਜੇ ਹਜ਼ਾਰਾਂ ਦੀ ਗਿਣਤੀ 84 'ਚ ਕਤਲੇਆਮ ਹੋ ਸਕਦਾ ਹੈ, ਗੁਜਰਾਤ 'ਚ ਮੁਸਲਮਾਨਾਂ ਦਾ ਕਤਲੇਆਮ ਹੋ ਸਕਦਾ ਹੈ, 84 ਨਵੰਬਰ ਤੋਂ ਪਹਿਲਾਂ ਦਰਬਾਰ ਸਾਹਿਬ ਤੇ ਹਮਲਾ ਜੂਨ ਦੇ ਵਿੱਚ ਹੋ ਕੇ ਕਤਲੇਆਮ ਹੋ ਸਕਦਾ ਹੈ, ਹਜ਼ਾਰਾਂ ਸਿੱਖਾਂ ਨੂੰ ਕੱਸੀਆਂ ਸੂਈਆਂ ਦੇ ਉੱਤੇ ਲਾਵਾਰਸ ਕਹਿ ਕੇ ਮੁਕਾਬਲੇ ਬਣਾ ਕੇ ਸ਼ਹੀਦ ਕੀਤਾ ਜਾ ਸਕਦਾ ਹੈ। ਤਾਂ ਇਹਦੇ ਵਿੱਚ ਨਸਲਕੁਸ਼ੀ 'ਚ ਘੱਟ ਗਿਣਤੀਆਂ 'ਚ ਰੌਲਾ ਕੀ ਹੈ? ਕਿੱਥੇ ਭੁਲੇਖਾ ਹੈ? ਜੇ ਛੋਟੇ ਛੋਟੇ ਬੱਚਿਆਂ ਨੂੰ, ਸਾਈਆਂ ਦਿਆਂ ਨੂੰ ਕਤਲ ਕੀਤਾ ਜਾ ਸਕਦਾ ਉੜੀਸਾ ਦੇ ਵਿੱਚ, ਇਹ ਕਤਲ ਕਰਨ ਵਾਲੇ ਨੂੰ ਅੱਜ ਮੰਤਰੀ ਬਣਾਇਆ ਗਿਆ ਭਾਰਤੀ ਜਨਤਾ ਪਾਰਟੀ ਵੱਲੋਂ। ਜੇ ਉਹਨਾਂ ਦੀ ਸਾਧਨੀ ਪ੍ਰਗਿਆ ਤੇ ਕਰਨਲ ਪ੍ਰਹੋਤ ਹੈ ਜਿਹੜਾ, ਉਹ ਬੰਬ ਸਿੱਟ ਕੇ ਮਸਜਿਦਾਂ ਦੇ ਵਿੱਚ ਇੱਕ ਕਤਲੇਆਮ ਕਰ ਸਕਦੇ ਹੈ। ਤੇ ਉਹਨਾਂ ਦੀ ਉਸ ਵੇਲੇ ਜਦੋਂ UPA ਦੀ ਸਰਕਾਰ ਸੀ, ਅਡਵਾਨੀ ਦੀ ਅਗਵਾਈ 'ਚ NDA ਦਾ ਇੱਕ ਵਫਦ ਜਾ ਕੇ ਮਿਲਿਆ ਵੀ ਇਹ ਨਿਰਦੋਸ਼ ਫੜੇ ਗਏ। ਕਿਉਂਕਿ ਘੱਟ ਗਿਣਤੀਆਂ ਦੇ ਨਾਲ, ਦਲਿਤਾਂ ਦੇ ਨਾਲ ਇੱਕ ਬਹੁਤ ਵੱਡਾ ਵਿਤਕਰਾ ਹੈ। ਕਿਉਂਕਿ ਅੱਜ ਜਥੇਦਾਰ ਹਰਪ੍ਰੀਤ ਸਿੰਘ ਦੀ ਇੱਕ ਪੋਜੀਸ਼ਨ ਹੈ, ਉਸ ਪੋਜੀਸ਼ਨ ਤੇ ਜਦੋਂ ਵੀ ਕੋਈ ਬੈਠਾ ਵਿਅਕਤੀ, ਕੋਈ ਸ਼ਖਸੀਅਤ ਆਵਾਜ਼ ਉਠਾਉਂਦੀ ਹੈ ਤਾਂ ਵਿਤਕਰੇ ਨੂੰ ਜਾਂ ਬੇਇਨਸਾਫੀ ਨੂੰ ਬਲ ਮਿਲਦਾ ਹੈ। ਇਸ ਕਰਕੇ ਮੈਂ ਆਪਣੀ ਰਾਏ ਦੁਬਾਰਾ ਫਿਰ ਸਾਂਝੀ ਕਰਦਾ ਹੋਇਆ ਤੇ ਉਹਨਾਂ ਦੀ ਸੁਤੰਤਰ। ਮੈਂ ਸਮਝਦਾ ਤੁਹਾਡੇ ਲੱਗਦਾ ਕਿ ਸੁਤੰਤਰ ਪੈਟ ਸਾਹਿਬ, ਕਾਂਗਰਸ ਦੇ ਵੀ ਕਈ ਵਾਰੀ ਦੇਖੋ ਹੁਣ ਬਿਨਾਂ ਮਤਲਬ, ਹਾਲਾਂਕਿ ਮੁੱਦਾ ਸਾਡਾ ਇਹ ਹੈ, ਫਿਰ ਵੀ ਤੁਹਾਡੀ ਪਾਰਟੀ ਆ ਗਈ ਕਾਂਗਰਸ ਤੇ ਕਿ 84 'ਚ ਕੀ ਹੋਇਆ। ਹਮੇਸ਼ਾ ਜਦੋਂ ਗੱਲ ਹੋ ਘੱਟ ਗਿਣਤੀਆਂ ਦੀ ਗੱਲ, ਚਾਹੇ ਕਾਂਗਰਸ ਹੈ ਤੇ ਚਾਹੇ ਭਾਰਤੀ ਜਨਤਾ ਪਾਰਟੀ ਹੈ, ਪਰ ਜਿਸ ਉੱਚੀ ਸੁਰ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਬੋਲ ਰਹੇ ਨੇ, ਭਾਵੇਂ ਸਰਦਾਰ ਗੁਰਦੀਪ ਸਿੰਘ ਤਾਂ ਕਹਿੰਦੇ ਨੇ ਉਹਨਾਂ ਦੀ ਨਿੱਜੀ ਰਾਏ ਹੈ, ਪਰ ਤੁਸੀਂ ਇਹ ਵੀ, ਮੈਂ ਨਹੀਂ ਕਹਿੰਦਾ ਵੀ ਜੋ ਤੁਹਾਡੀ ਰਾਏ ਤੁਸੀਂ ਦੱਸੋਗੇ, ਪਰ ਜੋ ਮੇਰੇ ਕੋਲ ਸਵੇਰ ਤੋਂ ਲੈ ਕੇ ਜਿਨ੍ਹਾਂ ਨਾਲ ਮੈਂ ਗੱਲ ਕੀਤੀ ਹੈ, ਉਹ ਕਈ ਕਿਸਮ ਦੇ ਸ਼ੰਕੇ ਪ੍ਰਗਟ ਕਰ ਰਹੇ ਨੇ ਕਿ ਇੱਧਰੋਂ ਹੋ ਸਕਦਾ, ਇੱਧਰ ਹੋ ਸਕਦਾ, ਟੁੱਟ ਭੱਜ ਹੋ ਰਹੀ ਹੈ, ਇਹ ਸਭ ਕੁਝ ਵਿਛੋੜਾ ਹੋ ਰਿਹਾ ਹੈ, ਡਾਈਵੋਰਸ ਹੋ ਰਿਹਾ, ਬੜਾ ਕੁਝ ਚੱਲ ਰਿਹਾ ਹੈ। ਕੀ ਕਹੋਗੇ ਤੁਸੀਂ? ਵਾਲੀਆ ਸਾਹਿਬ, ਮੈਂ ਤੁਹਾਡੇ ਬੁਲਾਈ ਸੀ, ਤੁਹਾਨੂੰ ਬੇਨਤੀ ਕੀਤੀ ਸੀ ਕਿ ਇਹੋ ਜਿਹਾ ਤੁਸੀਂ ਟੌਪ ਆਂਦਾ ਹੈ ਜਿਹਦੇ ਵਾਸਤੇ ਮੈਂ ਤਾਂ ਬਹੁਤ ਨਿਮਾਣਾ ਜਿਹਾ ਸਿੱਖ ਹਾਂ। ਐਡੇ ਉੱਚੀ ਸ਼ਖਸੀਅਤ ਵਾਲੇ ਅੱਜ ਪੈਨਲ ਤੇ ਤੁਸੀਂ ਮੈਨੂੰ ਮੌਕਾ ਦਿੱਤਾ ਹੈ। ਗਿਆਨੀ ਹਰਪ੍ਰੀਤ ਸਿੰਘ ਹੋਰ ਜੀ ਸਾਡੇ ਜਥੇਦਾਰ ਸਾਹਿਬ ਨੇ, ਬਹੁਤ ਹੀ ਆਨਰੇਬਲ ਨੇ। ਮੈਨੂੰ ਇਹਦੇ 'ਚ ਕੋਈ ਦੋ ਰਾਮਾ ਨਹੀਂ ਕਿ ਸ਼ਾਇਦ ਇਹ ਦੂਜੇ ਜਾਂ ਤੀਜੇ ਇਹੋ ਜਿਹੇ ਸਾਡੇ ਆਨਰੇਬਲ ਜਥੇਦਾਰ ਸਾਹਿਬ ਨੇ ਜਿਨ੍ਹਾਂ ਨੇ ਐਕਚੁਅਲ ਮੁੱਦਿਆਂ ਨੂੰ ਹੱਥ ਮੁੱਦੇ ਚੱਕੇ ਨੇ। ਨਹੀਂ ਤਾਂ ਕੀ ਰਿਹਾ ਤੁਹਾਡੇ ਸਾਹਮਣੇ ਹੈ, ਮੈਂ ਹਿਸਟਰੀ 'ਚ ਨਹੀਂ ਜਾਣਾ ਚਾਹੁੰਦਾ। ਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਜਿੰਨੇ ਮੁੱਦੇ ਚੱਕੇ ਨੇ ਇਹ ਬਿਲਕੁਲ ਦਰੁਸਤ ਨੇ। ਘੱਟ ਗਿਣਤੀਆਂ ਦੀ ਮੈਂ ਤੁਹਾਨੂੰ ਹੁਣ ਇੱਕ ਐਗਜ਼ਾਮਪਲ ਦਊਂਗਾ। ਤਰ੍ਹਾਂ ਸ਼ਾਇਦ ਮੈਨੂੰ ਜਾਂ ਮੁੰਡੀ ਜੀ ਨੂੰ ਜਾਂ ਗਰੇਵਾਲ ਜਾਂ ਸਾਡੇ ਭਾਈ ਸਾਹਿਬ ਡਾਕਟਰ ਕੇ ਸ਼ਾਇਦ ਇਸ ਗੱਲ ਦਾ ਸ਼ਾਇਦ ਪਰਸਨਲ ਗੁਰਦੀਪ ਸਿੰਘ ਹੋਰਾਂ ਨੂੰ ਨਾ ਲੱਗਦਾ ਹੋਵੇ। ਕਾਟਾਂ ਦੇ ਵਿੱਚ ਇਹ ਗੱਲ ਆ ਚੁੱਕੀ ਹੋਈ ਹੈ। ਮੈਂ ਅਟੈਂਡ ਕਰ ਰਿਹਾ ਸੀ, ਕੋਈ 2 ਗੱਲ ਦੱਸਣਾ। 2 ਸਿੱਖ ਨੌਜਵਾਨ ਮੇਰੇ ਕੋਲੇ ਆਏ, ਮੇਰੇ ਕੋਲੇ ਆ ਕੇ ਬੈਠ ਪੁੱਛਣ ਲੱਗੇ ਹਾਲ ਚਾਲਾਂ ਠੀਕ ਹੈ। ਉਹ ਸਿੱਖੀ ਸਰੂਪ ਦੇ ਵਿੱਚ ਉਹਨਾਂ ਨੇ ਅੰਮ੍ਰਿਤ ਨਹੀਂ ਸੀ ਛਕਿਆ ਹੋਇਆ, ਲੇਕਿਨ ਉਹਨਾਂ ਦੀ ਦਾੜੀ ਕੋਈ ਏਦਾਂ ਦੀ ਕਟਿੰਗ ਵਾਲੇ ਨਹੀਂ ਸੀ। ਉਹ ਬਿਜ਼ਨਸਮੈਨ ਸੀ ਤੇ ਮੈਨੂੰ ਕਹਿੰਦੇ ਜਦੋਂ ਅਸੀਂ ਕਿਤੇ ਬਾਹਰ ਜਾਂਦੇ ਆ ਤਾਂ ਸਾਡੇ ਮਨ 'ਚ ਨਾ ਡਰ ਬੈਠਿਆ ਹੋਇਆ ਇੱਕ ਕਿ ਜੇ ਅਸੀਂ UP ਬਿਹਾਰ ਬਿਜ਼ਨਸ ਹੈ ਤੇ ਸਾਡੇ ਨਾਲ ਸਾਡੇ ਮਨਾਂ 'ਚ ਇੱਕ ਮੈਂ ਉਹਨਾਂ ਦੀ ਸਾਈਕਲ ਨੋਟ ਕੀਤੀ ਕਿ ਆ ਜਿਹੜੀ ਅੱਜ ਜਥੇਦਾਰ ਚ ਕਹੀ ਹੈ, ਇਹ ਬਿਲਕੁਲ ਕਹੀ ਹੈ ਕਿ ਜਦੋਂ ਦੇ ਮੈਂ ਸਾਹਿਬ ਇੱਥੇ ਪੈਨਲਿਸਟ ਨੂੰ ਵੀ ਇਹ ਗੱਲ ਕਲੀਅਰ ਕਰਦੇ ਆ, ਮੈਂ ਕੋਈ ਕਿਸੇ ਪੋਲੀਟੀਕਲ ਦਾ ਕੋਈ ਉਹਨੂੰ ਨਹੀਂ ਮੈਂ ਕਹਿ ਰਿਹਾ। ਦੀਜ਼ ਆ ਮੇਰੇ ਨਿੱਜੀ, ਜੋ ਮੈਂ ਐਜ ਏ ਸਿੱਖ, ਐਜ ਏ ਸਿਟੀਜ਼ਨ ਆਫ ਇੰਡੀਆ, ਐਜ ਪੰਜਾਬੀ ਗੱਲ ਤੁਹਾਡੇ ਨਾਲ ਦੱਸਣ ਲੱਗਿਆ। ਇਹ ਜਿਹੜਾ ਮਨਾਂ 'ਚ ਫੀਅਰ ਹੈ, ਸਪੈਸ਼ਲੀ ਜਦੋਂ ਦੀ ਮੋਦੀ ਸਰਕਾਰ ਆਈ ਹੈ, ਪਹਿਲਾਂ ਵੀ BJP ਸਰਕਾਰ ਸਾਡੇ ਪ੍ਰਾਈਮ ਮਿਨਿਸਟਰ ਰਹੇ ਨੇ,
ਉਹਨਾਂ ਦੇ ਸਮੇਂ ਨਹੀਂ ਸੀ। ਜਿਸ ਦਿਨ ਦੀ ਇਹ ਮੋਦੀ ਸਰਕਾਰ ਨੇ ਟੇਕ ਓਵਰ ਕੀਤਾ, ਇਹ ਜਿਹੜਾ ਫੀਅਰ ਹੈਗਾ ਮਾਈਨੋਰਿਟੀਜ਼ ਨੂੰ, ਇਹ ਬਿਲਕੁਲ ਜਾਇਜ਼ ਹੈ। ਚਾਹੇ ਉਹ ਕ੍ਰਿਸਚੀਅਨਸ ਹੈ, ਮੁਸਲਿਮ ਦਾ ਤਾਂ ਪ੍ਰੋਪੇਗੈਂਡਾ ਆਪਾਂ ਦੇਖ ਹੀ ਨਹੀਂ। ਮੇਰਾ ਤਾਂ ਖਿਆਲ ਆਪਾਂ ਟਾਈਮ ਖਰਾਬ ਕਰਾਂਗੇ ਜੇ ਵਰਸਸ ਮੁਸਲਿਮ ਤੇ ਇੰਡੀਆ ਵਰਸਸ ਪਾਕਿਸਤਾਨ ਦਾ ਅਸੀਂ ਕੋਈ ਗੱਲ ਕਰੀਏ ਤਾਂ ਸਾਰੀ ਦੁਨੀਆ ਨੂੰ ਸਾਡੇ ਸਾਹਮਣੇ ਹੈ। ਜੋ ਸਾਡਾ ਗੋਦੀ ਮੀਡੀਆ ਇਸ ਟਾਈਮ ਕਰ ਰਿਹਾ ਹੈ, ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਜਿਹੜਾ ਇੱਕ ਖਦਸ਼ਾ ਹੈ ਬਿਲਕੁਲ ਜਾਇਜ਼ ਹੈ। ਅੱਜ ਮੁਸਲਮਾਨਾਂ ਨਾਲ ਹੋ ਰਿਹਾ, ਕੱਲ ਨੂੰ ਸਾਡੇ ਨਾਲ ਵੀ ਹੋਊਗਾ, ਪਰਸੋਂ ਨੂੰ ਕ੍ਰਿਸਚੀਅਨਸ ਦਾ ਤੁਸੀਂ ਦੇਖ ਲਓ, ਸਾਊਥ ਦੇ ਵਿੱਚ ਕ੍ਰਿਸਚੀਅਨ ਦਾ ਕੀ ਹਾਲ ਕੀਤਾ ਹੋਇਆ। ਤੁਸੀਂ ਦਲਿਤ ਦੀ ਗੱਲ ਕੀਤੀ ਸੀ, ਮੈਂ ਤੁਹਾਨੂੰ ਅੰਕੜੇ ਦੇ ਕੇ ਦੱਸ ਸਕਦਾ ਕਿ ਦਲਿਤ ਦੇ ਉੱਤੇ ਜਿਸ ਦੀ ਸਰਕਾਰ ਆਈ ਹੈ, ਉਸ ਦਿਨ ਦੇ ਦਲਿਤ ਪਰਿਵਾਰਾਂ ਦੇ ਦਲਿਤ ਬੱਚੇ, ਇਹ ਜਿਹੜੇ ਅਟੈਕਸ ਨੇ ਇਹ ਹੁਣੇ ਜ਼ਿਆਦਾ ਸ਼ੁਰੂ ਹੋਏ ਨੇ। ਮੈਨੂੰ ਨਹੀਂ ਸਮਝ ਲੱਗੀ ਉਹਨਾਂ ਦੀ ਕਿਹੜੀ ਮਨੂ ਸਮ੍ਰਿਤੀ ਵਾਲੀ ਸੋਚ ਹੈ। ਇੱਕ ਹਿੰਦੁਸਤਾਨ ਆ, ਇੱਕ ਪਿਤਾ, ਇੱਕ ਕੇ ਹਮ ਵਾਰਿਸ, ਸਾਡੇ ਗੁਰੂ ਸਾਹਿਬ ਕਹਿ ਗਏ, ਸਾਰਾ ਕੁਝ ਹੋਇਆ, ਸਭ ਕੁਝ ਹੋ ਹੀ ਜਾਂਦਾ। ਲੇਕਿਨ ਇਹ ਜਿਹੜੀ ਸਿਆਸਤ ਆ, ਮੈਨੂੰ ਨਹੀਂ ਅੱਜ ਤੱਕ ਸਮਝ ਲੱਗ ਰਹੀ। 6 ਸਾਲ ਹੋ ਗਏ ਮੈਨੂੰ ਬਣਿਆ, ਮੈਂ ਬੜੀ ਵਾਰੀ ਇਹ ਸੋਚਦਾ ਕਿ ਕਿਸ ਤਰ੍ਹਾਂ ਇਹ ਜਦੋਂ ਸੈਕੰਡ ਟਾਈਮ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਬਣ ਗਏ, ਮੈਨੂੰ ਲੱਗਦਾ ਸੀ ਵੀ ਸ਼ਾਇਦ ਇਹ ਇਕਨੋਮਿਕ ਏਜੰਡਾ ਲੈ ਆਉਣਗੇ, ਆ ਜਿਹੜਾ ਇਹਨਾਂ ਨੇ ਮੁਸਲਿਮ ਮਾਈਨੋਰਿਟੀਜ਼ ਵਰਸਸ ਦਾ ਜਿਹੜਾ ਏਜੰਡਾ, ਲੇਕਿਨ ਇਹ ਏਜੰਡਾ ਛੱਡਿਆ ਨਹੀਂ। ਮੈਂ ਤੁਹਾਨੂੰ ਦੱਸਦਾ ਕਿ ਗੁਜਰਾਤ ਦੇ ਵਿੱਚ ਇੱਕ ਦਲਿਤ ਨੇ ਸ਼ੂਜ਼ ਪਾਏ ਤੇ 골ਡ ਨੈਕਲੈਸ ਪਾਇਆ। ਤੁਸੀਂ ਮਾਨਸਿਕਤਾ ਸੋਚੋ ਕਿ ਉਹਦਾ ਕਟਾਪਾ ਇੰਨਾ ਕੁ ਕੀਤਾ, ਉਹਦੇ ਦੋਨੇ ਗੋਡੇ ਤੋੜ ਦਿੱਤੇ ਗਏ। ਇਸੇ ਵਿਮਨ ਦੇ ਉੱਤੇ ਜਿੰਨੇ ਐਟਰੋਸਿਟੀਆਂ ਦਲਿਤ ਵਿਮਨ ਦੀਆਂ ਐਗਜ਼ਾਮਪਲਾਂ, ਮੈਂ ਇੱਥੇ ਟਾਈਮ ਨਹੀਂ ਖਰਾਬ ਕਰਨਾ, YouTube ਦੇ ਉੱਤੇ ਸਾਰਾ ਕੁਝ ਨਿਕਲਿਆ ਹੋਇਆ ਜੀ। ਬਿਲਕੁਲ ਤੁਸੀਂ ਜਿਹੜੀ ਮੈਂ ਇੱਕ ਮਿੰਟ ਮੈਂ ਕਨਕਲੂਡ ਕਰ ਲਵਾਂਗਾ ਵਾਲੇ ਸਾਹਿਬ। ਉਹ ਜਿਹੜੇ ਦੋ ਮੁੰਡੇ ਸੀ, ਜਦੋਂ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਤਾਂ ਮੇਰੇ ਮਨ ਦੇ ਵਿੱਚ ਵੀ ਇਹ ਗੱਲ ਆਈ ਕਿ ਯਾਰ ਕੱਲ ਨੂੰ ਕੁਛ ਨਾ ਕੁਛ ਜਦੋਂ ਅਸੀਂ ਲੋਕ ਸਾਰੇ ਬਾਹਰ ਜਾਂਦੇ ਆ ਤੇ ਇਹ ਜਿਹੜੀ ਇੱਕ ਫੀਅਰ ਸਾਈਕਿਸਿਸ ਹੈ ਕਿਉਂ ਬਣਿਆ। ਇਹ ਜਦੋਂ ਮੈਂ ਇਹਦੀ ਸਾਰੀ ਸਟੱਡੀ ਕੀਤੀ, ਸਾਰੇ ਮੈਂ YouTube ਦੇ ਉੱਤੇ ਆਪਣੇ ਉਹਦੀਆਂ ਫੋਟੋ ਦੇਖੀਆਂ ਤੇ ਜਿੰਨੇ ਸਾਡੇ ਆਰਟੀਕਲਸ 4-5 ਬੰਦਿਆਂ ਦੇ ਪੜ੍ਹੇ ਉਹ ਵੀ ਦੇਖੇ। ਮੈਂ ਤੁਹਾਡਾ 10 ਮਿੰਟ ਹੋਰ, ਤੇ ਉਹ ਜਦੋਂ ਮੈਂ ਇੱਕ ਇਹ ਰਿਜ਼ਲਟ ਤੇ ਪਹੁੰਚਿਆ ਕਿ ਨਹੀਂ ਵਾਕਈ ਲੋਕਾਂ ਦੇ ਵਿੱਚ ਮੁਸਲਿਮਸ ਦੇ ਫੀਅਰ ਤਾਂ ਹੋਣਾ ਹੀ ਹੋਣਾ। ਲੋਕਾਂ ਨਾਲ ਮੇਰੀ ਗੱਲ ਹੋਈ, ਸਾਡੇ ਇੱਥੇ ਸਾਡੀਆਂ ਆਨਰੇਬਲ ਟੀਚਰਸ ਨੇ ਜਿਹੜੀਆਂ ਕਨਵੈਂਟ ਸਕੂਲਾਂ 'ਚ ਪੜ੍ਹਾਉਂਦੀਆਂ ਨੇ, ਉਹਨਾਂ ਨਾਲ ਗੱਲ ਫੀਅਰ ਸਾਈਕੋਸਿਸ ਹੋਇਆ। ਨੰਬਰ 2, ਮੈਂ ਇੱਕ ਤੁਹਾਡੇ ਸਾਹਮਣੇ ਅੱਜ ਇੱਕ ਪੁਰਾਣੀ ਗੱਲ ਤਾਂ ਗੱਲ ਮੇਰੇ ਸਾਹਮਣੇ ਆਈ ਹੈ। ਮੈਂ ਅਰੁਣ ਸ਼ਾਹ ਰਾਈਟਿੰਗ ਦਾ ਬੜਾ ਫੈਨ ਸੀ, ਲੇਕਿਨ ਕੱਲ ਅਕਾਲ ਚੈਨਲ ਦੇ ਉੱਤੇ ਇੱਕ ਮੈਨੂੰ ਉਹ ਭਾਈ ਸਾਹਿਬ ਦਾ ਨਾਮ ਭੁੱਲ ਗਿਆ, ਉਹਨਾਂ ਨੇ ਫੈਕਟਸ ਦਿੱਤੇ ਨੇ ਕਿ ਅਰੁਣ ਇੰਡੀਅਨ ਐਕਸਪ੍ਰੈਸ ਦੇ 3 ਦਿਨ ਆਰਟੀਕਲ ਲਿਖਿਆ ਸੀ 1980 ਆਫ ਇੰਡੀਆ ਨੂੰ। ਉਹਨਾਂ ਨੇ ਸੁਜੈਸ਼ਨ ਦਿੱਤੀ ਸੀ ਕਿ ਇੱਕ ਕਮਿਊਨਿਟੀ ਨੂੰ ਜਿੰਨਾ ਤੁਸੀਂ ਜਾ ਕੇ ਦਬਾ ਕੇ ਰੱਖ ਸਕਦੇ ਹੋ, ਉਹਨਾਂ ਇਹਨੂੰ ਦਬਾ ਕੇ ਰੱਖੋ। ਇਹ ਹਿੰਦੁਸਤਾਨ ਵਾਸਤੇ ਖਤਰਾ ਹੈ। ਸਿੱਖ ਬੈਦ ਸਾਹਿਬ ਮੈਂ ਤੁਹਾਡੇ ਕੋਲ ਬੈਦ ਸਾਹਿਬ ਮੈਂ ਦੁਬਾਰਾ ਆਉਣਾ, ਆਪਾਂ ਸਭ ਦੀ ਟਿੱਪਣੀਆਂ ਲੈ ਲਈਏ। ਮੈਂ ਤੁਹਾਡੀ ਜਿਹੜੀ ਅਰੁਣ ਸ਼ੁਰੂ ਵਾਲੀ ਗੱਲ ਹੈ ਇਹ ਤੇ ਵੀ ਦੁਬਾਰਾ ਆਉਣਾ। ਬਸ ਮੈਨੂੰ ਜਰਾ ਤੁਸੀਂ ਮਾਫ ਕਰਨਾ, ਮੈਂ ਗੁਰਦੀਪ ਮੁੰਡੀ ਹੋਰਾਂ ਕੋਲ ਜਾਣਾ। ਮੁੰਡੀ ਸਾਹਿਬ, ਤੁਹਾਡੀ ਪਾਰਟੀ ਤੇ ਤੁਸੀਂ ਤੁਹਾਡਾ ਕੀ ਸਟੈਂਡ ਹੈ? ਤੁਹਾਨੂੰ ਕੀ, ਜੋ ਬੈਦ ਸਾਹਿਬ ਨੇ ਬਿਲਕੁਲ ਨਿੱਜੀ ਤੌਰ ਤੇ ਵੀ ਬੜਾ ਸਪਸ਼ਟ ਅੰਕੜਿਆਂ ਨਾਲ ਦੱਸ ਰਹੇ ਨੇ ਔਰ ਸਭ ਨੂੰ ਪਤਾ ਹੈ, ਇਹ ਆਪਾਂ ਜਿਹੜੀ ਅੱਜ ਦੀ ਇਹ ਗੱਲਬਾਤ ਹੈ ਜੋ ਗਿਆਨੀ ਹਰਪ੍ਰੀਤ ਨੇ ਕਹੀ ਹੈ, ਇਹਨੂੰ ਬਿਲਕੁਲ ਇਗਨੋਰ ਨਹੀਂ ਕੀਤਾ ਜਾ ਸਕਦਾ। ਇਹ ਤੇ ਚਰਚਾ ਵੀ ਹੋਣੀ ਚਾਹੀਦੀ ਹੈ, ਸੋਚਿਆ ਵੀ ਜਾਣਾ ਚਾਹੀਦਾ। ਤੁਸੀਂ ਪਾਰਟੀ ਵੱਲੋਂ ਤੇ ਆਪਣੇ ਵੱਲੋਂ ਕੀ ਕਹੋਗੇ? ਦੇਖੋ ਵਾਲੀਆ ਸਾਹਿਬ, ਤੁਹਾਡੀ ਗੱਲ ਦਾ ਮੈਂ ਪਹਿਲਾਂ ਤਾਂ ਇਹ ਜਵਾਬ ਦਿੰਦਾ ਵੀ ਜਿਹੜੇ ਜਥੇਦਾਰ ਸਾਹਿਬ ਨੇ ਅਕਾਲ ਤਖਤ ਸਾਹਿਬ ਦੇ, ਉਹਨਾਂ ਦੀ ਕੋਈ ਵੀ ਕਹੀ ਹੋਈ ਗੱਲ ਨੂੰ ਬਿਲਕੁਲ ਇਗਨੋਰ ਨਹੀਂ ਕੀਤਾ ਜਾ ਸਕਦਾ। ਹਰੇਕ ਸਿੱਖ ਖਾਸ ਕਰਕੇ ਉਹਦਾ ਨੋਟਿਸ ਲਏਗਾ ਤੇ ਉਹਨਾਂ ਨੇ ਬਿਲਕੁਲ ਸਪਸ਼ਟ ਗੱਲ ਜਿਹੜੀ ਕਹੀ ਹੈ। ਉਹਨਾਂ ਨੇ ਜਦੋਂ ਇਹ ਕਿਹਾ ਕਿ ਘੱਟ ਗਿਣਤੀਆਂ ਖਤਰਾ ਮਹਿਸੂਸ ਕਰ ਰਹੀਆਂ ਨੇ ਹਿੰਦੁਸਤਾਨ ਦੇ ਵਿੱਚ, ਤਾਂ ਉਹਨਾਂ ਨੇ ਸਿੱਧੀ ਮੋਦੀ ਸਾਹਿਬ ਦੀ, ਅਮਿਤ ਸ਼ਾਹ ਜੀ ਦੀ ਸਰਕਾਰ ਦੀ ਜਿਹੜੀ ਕਾਰਜ ਪ੍ਰਣਾਲੀ ਹੈ ਉਹਦੇ ਉੱਤੇ ਸਵਾਲ ਖੜੇ ਕੀਤੇ ਨੇ। ਤੇ ਉਹ ਸਰਕਾਰ ਦੇ ਵਿੱਚ ਹਿੱਸੇਦਾਰ ਨੇ ਸੁਖਬੀਰ ਸਿੰਘ ਜੀ ਬਾਦਲ, ਹਰਸਿਮਰਤ ਕੌਰ ਜੀ ਬਾਦਲ, ਤਾਂ ਇਹਨਾਂ ਨੂੰ ਜਵਾਬ ਤਾਂ ਦੇਣਾ ਪਏਗਾ ਨਾ ਕਿ ਵਾਕਈ ਜਿਹੜੀ ਸਰਕਾਰ ਦੀ ਕਾਰਗੁਜ਼ਾਰੀ ਹੈ ਉਹਦੇ ਕਰਕੇ ਜਿਹੜੀਆਂ ਘੱਟ ਗਿਣਤੀਆਂ ਨੇ ਉਹ ਖਤਰਾ ਮਹਿਸੂਸ ਕਰ ਰਹੀਆਂ ਨੇ। ਇਹ ਕਹਿ ਕੇ ਜੇ ਉਹ ਇਹ ਮੰਨਦੇ ਨੇ ਤਾਂ ਉਹਨਾਂ ਨੂੰ ਜਿਹੜੀ ਹੈ ਸਰਕਾਰ ਤੋਂ ਬਾਹਰ ਆ ਜਾਣਾ ਚਾਹੀਦਾ।
ਜੇ ਉਹ ਇਹ ਮੰਨਦੇ ਨੇ ਕਿ ਘੱਟ ਗਿਣਤੀਆਂ ਨੇ ਜਿਹੜੀਆਂ ਉਹ ਖਤਰਾ ਮਹਿਸੂਸ ਨਹੀਂ ਕਰ ਰਹੀਆਂ, ਤਾਂ ਉਹਨਾਂ ਨੂੰ ਇਹ ਕਹਿ ਦੇਣਾ ਚਾਹੀਦਾ ਵੀ ਜਥੇਦਾਰ ਸਾਹਿਬ ਨੂੰ ਕੋਈ ਭੁਲੇਖਾ ਹੈ, ਸਾਡੀ ਸਰਕਾਰ ਤਾਂ ਬਹੁਤ ਸਹੀ ਕੰਮ ਕਰ ਰਹੀ ਹੈ। ਤੇ ਦੂਜੀ ਗੱਲ ਮੈਂ ਇਹ ਕਹੂੰਗਾ ਵੀ ਘੱਟ ਗਿਣਤੀਆਂ ਨੇ ਜਿਹੜੀਆਂ ਉਹ ਖਤਰਾ ਕਿਉਂ ਨਾ ਮਹਿਸੂਸ ਕਰਨ। ਜਦੋਂ ਦੇਸ਼ ਦਾ ਗ੍ਰਹਿ ਮੰਤਰੀ ਦਿੱਲੀ ਦੇ ਵਿੱਚ ਖੜ ਕੇ ਇਹ ਕਹੇ ਕਿ ਤੁਸੀਂ ਜਿਹੜਾ ਬਟਨ ਹੈ ਈਵੀਐਮ ਦਾ ਉਹ ਇੱਥੇ ਦੱਬੋ ਤੇ ਕਰੰਟ ਉੱਥੇ ਲੱਗੇ ਜਿੱਥੇ ਮੁਸਲਮਾਨ ਭਾਈਚਾਰਾ ਬੈਠਾ ਹੈ, ਤੇ ਜਦੋਂ ਯੂਪੀ ਦੇ ਵਿੱਚ ਇਹ ਕਿਹਾ ਜਾਵੇ ਕਿ ਲੋਕ ਇਹ ਤੈਅ ਕਰਨ ਕਿ ਇੱਥੇ ਰਾਮਜ਼ਾਦਿਆਂ ਦੀ ਸਰਕਾਰ ਬਣੂਗੀ ਕਿ ਹਰਾਮਜ਼ਾਦਿਆਂ ਦੀ ਸਰਕਾਰ ਬਣੂਗੀ, ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਹਕੂਮਤ ਵੱਲੋਂ ਕਹੀਆਂ ਜਾਣ ਤਾਂ ਕਿਉਂ ਨਾ ਮਤਲਬ ਲੋਕ ਹੈ ਜਿਹੜੇ ਘੱਟ ਗਿਣਤੀ ਵਾਲੇ ਨੇ ਕਿਉਂ ਨਾ ਖਤਰਾ ਮਹਿਸੂਸ ਕਰਨ। ਔਰ ਦੂਸਰੀ ਗੱਲ, ਮੈਂ ਬੈਦ ਸਾਹਿਬ ਦਾ ਬਹੁਤ ਸਤਿਕਾਰ ਕਰਦਾ। ਬੈਦ ਸਾਹਿਬ ਨੇ ਕਿਹਾ ਵੀ ਜਿੱਦਣ ਦੀ ਮੋਦੀ ਦੀ ਸਰਕਾਰ ਬਣੀ ਹੈ ਉਦੋਂ ਦੇ ਕੋਈ ਸਿੱਖ ਨੌਜਵਾਨ ਇਹਨਾਂ ਨੂੰ ਮਿਲੇ ਤੇ ਉਹਨਾਂ ਨੇ ਕਿਹਾ ਕਿ ਸਾਨੂੰ, ਅਸੀਂ ਜਦੋਂ ਬਾਹਰ ਜਾਂਦੇ ਹਾਂ, ਯੂਪੀ ਜਾਂਦੇ ਹਾਂ, ਹੋਰ ਜਾਂਦੇ ਹਾਂ, ਅਸੀਂ ਇਨਸਿਕਿਉਰ ਫੀਲ ਕਰਦੇ ਹਾਂ ਉੱਥੇ। ਇਹ ਮੋਦੀ ਦੀ ਸਰਕਾਰ ਬਣਨ ਤੋਂ ਬਾਅਦ ਹੀ ਨਹੀਂ ਹੋਇਆ। ਮੈਂ ਯੂਪੀ ਦੇ ਵਿੱਚ ਵਾਲੀਆ ਸਾਹਿਬ ਰਿਹਾ, ਇੱਕ ਸਮਾਂ ਸੀ ਜਦੋਂ ਉੱਥੇ ਹਿੰਦੂ ਭਾਈਚਾਰੇ ਦੇ ਲੋਕ ਜਾਂ ਹੋਰ ਲੋਕ ਆਪਣੀਆਂ ਬੱਚੀਆਂ ਨੂੰ ਇਹ ਕਹਿੰਦੇ ਸੀ ਕਿ ਬੇਟਾ ਜੇ ਤੁਹਾਨੂੰ ਬਾਹਰੋਂ ਦੇਰ ਸਵੇਰ ਹੋ ਜਾਵੇ ਨਾ ਆਉਣ ਚ, ਤਾਂ ਉਸ ਬੱਸ ਚੜਿਓ ਜਿਹਦੇ ਵਿੱਚ ਕੋਈ ਸਰਦਾਰ ਬੈਠਾ ਹੋਵੇ ਪੱਗ ਵਾਲਾ। ਤੇ ਜਦੋਂ 1984 ਦੇ ਵਿੱਚ ਸਰਕਾਰੀ ਛਤਰੀ ਦੇ ਥੱਲੇ ਕਤਲੇਆਮ ਹੋਇਆ ਸਿੱਖਾਂ ਦਾ, ਤਾਂ ਉਸ ਤੋਂ ਬਾਅਦ ਉਹ ਮਾਨ ਸਤਿਕਾਰ ਨਹੀਂ ਰਿਹਾ। ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਦੋਨਾਂ ਪਾਰਟੀਆਂ ਨੇ ਹੀ ਘੱਟ ਗਿਣਤੀਆਂ ਲਈ ਕੁਝ ਨਹੀਂ ਕੀਤਾ। ਕਾਂਗਰਸ ਪਾਰਟੀ ਹੈ ਜਿਹੜੀ ਉਹ ਵੋਟਾਂ ਲੈਂਦੀ ਰਹੀ ਉਹਨਾਂ ਦੀਆਂ, ਤੇ ਇਹਨਾਂ ਨੇ ਆ ਕੇ ਸਿੱਧਾ ਕੁੱਟਣਾ ਸ਼ੁਰੂ ਕਰਤਾ। ਇਸ ਕਰਕੇ ਮੈਂ ਇਹ ਮਹਿਸੂਸ ਕਰਦਾ ਕਿ ਜਥੇਦਾਰ ਸਾਹਿਬ ਦੀ ਜਿਹੜੇ ਸ਼ਬਦ ਨੇ ਉਹਨਾਂ ਦੇ ਵਿੱਚੋਂ ਪੀੜਾ ਝਲਕਦੀ ਹੈ ਔਰ ਉਹਦੇ ਤੋਂ ਜ਼ਰੂਰ ਹੁਣ ਸੁਚੇਤ ਹੋਣ ਦੀ ਲੋੜ ਹੈ। ਜਿਹੜੇ ਪੀੜਾ ਦੀ ਗੱਲ ਕੀਤੀ ਹੈ ਮੁੰਡੀ ਸਾਹਿਬ ਤੁਸੀਂ, ਇਹ ਕਿਸ ਪਾਸੇ ਨੂੰ ਜਾਏਗੀ? ਮੈਂ ਇੱਕ ਲਾਈਨ ਬੋਲੀ ਸੀ ਕਿ ਜੋ ਇਸ ਵਾਰ ਦੀ ਸਟੇਟਮੈਂਟ ਹੈ ਨਾ ਜਥੇਦਾਰ ਸਾਹਿਬ ਦੀ, ਉਹ ਬਹੁਤ ਦੂਰਗਾਮੀ। ਪਹਿਲਾਂ ਤਾਂ ਉਹਨਾਂ ਨੇ ਸਿਰਫ ਇਹੀ ਕਿਹਾ ਸੀ ਨਾ ਕਿ ਜੇ ਦਿੰਦੇ ਨੇ ਖਾਲਸਤਾਨ ਲੈ ਲੈਂਦੇ ਆ, ਲੇਕਿਨ ਅਗਲੀ ਗੱਲ ਜਿਹੜੀ ਹੁਣ ਕਹੀ ਹੈ ਇਹਦੇ ਬਹੁਤ ਦੂਰਗਾਮੀ ਨਤੀਜੇ ਸ਼ਾਇਦ ਆਉਣ। ਮੈਂ ਇਹ ਤੇ ਚਰਚਾ ਆਪਾਂ ਜਾਰੀ ਰੱਖਾਂਗੇ। ਬਸ ਇੱਕ ਛੋਟਾ ਜਿਹਾ ਬ੍ਰੇਕ ਲੈ ਰਹੇ ਹਾਂ, ਬ੍ਰੇਕ ਤੋਂ ਬਾਅਦ ਫਿਰ ਆ ਰਹੇ ਹਾਂ ਤੁਹਾਡੇ ਸਾਹਮਣੇ।
ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ। ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਗੱਲ ਸੁਣੀ ਸਰਦਾਰ ਗੁਰਦੀਪ ਸਿੰਘ ਬਠਿੰਡਾ ਜੋ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਨੇ। ਉਹਨਾਂ ਨੂੰ ਤਾਂ ਲੱਗਦਾ ਕਿ ਇਹ ਸਾਰਾ ਕੁਝ ਜਿਹੜਾ ਹੈ ਉਹ ਕਹਿ ਰਹੇ ਨੇ ਸੁਤੰਤਰ ਤੌਰ ਤੇ। ਔਰ ਬੈਦ ਸਾਹਿਬ ਨੇ ਕਈ ਨੁਕਤੇ ਉਠਾਏ ਤੇ ਖਾਸ ਤੌਰ ਤੇ ਜੋ ਜਥੇਦਾਰ ਸਾਹਿਬ ਨੇ ਨੁਕਤਾ ਉਠਾਇਆ ਸੀ ਕਿ ਦਲਿਤ ਜਿਹੜੇ ਨੇ ਤੇ ਅਦਰਵਾਈਜ਼ ਵੀ ਜਿਹੜੇ ਸਿੱਖ ਇਨਸਿਕਿਉਰ ਫੀਲ ਕਰਦੇ ਨੇ ਪੰਜਾਬ ਤੋਂ ਬਾਹਰ। ਔਰ ਇਸ ਤਰ੍ਹਾਂ ਦੀ ਗੱਲ ਜਿਹੜੀ ਹੈ ਮੁੰਡੀ ਸਾਹਿਬ ਨੇ, ਉਹਨਾਂ ਦਾ ਸ਼ਾਇਦ ਦੋਨੇ ਪਾਰਟੀਆਂ ਤੇ ਜਿਹੜੀ ਗੱਲ ਕੀਤੀ, ਪਰ ਮੁੰਡੀ ਸਾਹਿਬ ਨੇ ਗਰੇਵਾਲ ਸਾਹਿਬ ਇੱਕ ਗੱਲ ਕੀਤੀ ਹੈ ਜਿਹਦਾ ਜਵਾਬ ਗੁਰਚਰਨ ਸਿੰਘ ਜੀ ਗਰੇਵਾਲ ਸਾਹਿਬ ਤੁਹਾਡੇ ਤੋਂ ਲੈਣਾ ਪੈਣਾ ਹੁਣ। ਉਹਨਾਂ ਨੇ ਜਿਹੜੀ ਗੱਲ ਇਹ ਉਠਾਈ ਹੈ ਕਿ ਜਿਹੜੀ ਸਰਕਾਰ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਵਾਲ ਉਠਾਏ ਨੇ ਨਾ, ਉਹ ਸਰਕਾਰ ਦੀ ਹਿੱਸੇਦਾਰੀ ਸ਼੍ਰੋਮਣੀ ਅਕਾਲੀ ਦਲ ਦੀ ਵੀ ਹੈ। ਤੇ ਇਹ ਜੇ ਕਹਿ ਰਹੇ ਨੇ ਕਿ ਇਹ ਸਰਕਾਰ ਤੇ ਜਿਹੜੇ ਘੱਟ ਗਿਣਤੀਆਂ ਤੇ ਤਸ਼ੱਦਦ ਕਰ ਰਹੀ ਹੈ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ, ਤਾਂ ਅਸਿੱਧੇ ਤੌਰ ਤੇ ਮਤਲਬ ਸ਼੍ਰੋਮਣੀ ਅਕਾਲੀ ਦਲ ਤੇ ਵੀ ਜਿਹੜੇ ਆ ਉਂਗਲ ਉੱਠ ਰਹੀ ਹੈ। ਤੇ ਅਗਲੇ ਜਦੋਂ ਮੈਂ ਦੌਰ ਚ ਆਊਂਗਾ ਉਦੋਂ ਪੁੱਛਾਂਗਾ ਵੀ ਕਾਲੀਆਂ ਭੇਡਾਂ ਦਾ ਉਹਨਾਂ ਨੇ ਕਿੱਧਰ ਨੂੰ ਇਸ਼ਾਰਾ ਕੀਤਾ, ਕੀ ਕਹੋਗੇ ਗਰੇਵਾਲ ਸਾਹਿਬ? ਵਾਲੀ ਸਾਹਿਬ ਬਹੁਤ ਚੰਗਾ ਵਿਸ਼ਾ ਲਿਆ। ਵੈਸੇ ਤਾਂ ਆਮ ਤੌਰ ਤੇ ਮੈਂ ਦੇਖਦਾ ਹਾਂ ਕਿ ਬਹੁਤ ਸਾਰੀ ਨੈਗੇਟਿਵ ਸੋਚ ਹੀ ਰਹਿੰਦੀ ਆ ਸਿੱਖ ਸੰਸਥਾਵਾਂ ਦੀਆਂ ਜਿਹੜੀਆਂ ਸੁਪਰ ਸੰਸਥਾਵਾਂ ਨੇ। ਮੈਨੂੰ ਬੜਾ ਚੰਗਾ ਲੱਗਾ ਜਦੋਂ ਸਰਦਾਰ ਗੁਰਦੀਪ ਸਿੰਘ ਉਹਨਾਂ ਨੇ ਵੱਡੀ ਬਹੁ ਗਿਣਤੀ ਵਿੱਚ ਇਹ ਗੱਲ ਕਹਿਤੀ ਆ, ਭਾਵੇਂ ਉਹਨਾਂ ਨੇ ਉਹਦੇ 'ਚ ਕੁਛ ਨਾ ਕੁਛ ਥੋੜਾ ਜਿਹਾ ਘੁੰਗਰੂ ਵੀ ਪਾਇਆ ਕਿ ਉਹਨਾਂ ਨੇ ਆਹ ਨਹੀਂ ਕੀਤਾ, ਵਕੀਲ ਕਰ ਲਿਆ। ਹਾਲਾਂਕਿ ਕੋਈ ਗੱਲ ਨਹੀਂ ਹੈਗੀ, ਚਲੋ ਖੈਰ ਬਾਅਦ 'ਚ ਹੋ ਜਾਣਗੀ, ਅੱਜ ਦਾ ਵਿਸ਼ਾ ਨਹੀਂ ਹੈਗਾ। ਪਰ ਜਥੇਦਾਰ ਸਾਹਿਬ ਦੀ ਇਸ ਗੱਲ ਨੂੰ ਉਹਨਾਂ ਨੇ ਬਹੁਤ ਪੂਰਨ ਤੌਰ ਤੇ ਮਾਨਤਾ ਦਿੱਤੀ ਆ। ਵੈਦ ਸਾਹਿਬ ਨੇ ਬੜਾ ਸਤਿਕਾਰ ਕੀਤਾ, ਮੁੰਡੀ ਸਾਹਿਬ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਤੇ ਤੁਸੀਂ ਵੀ ਆਰੰਭ ਦੇ ਵਿੱਚ ਗੱਲ ਕੀਤੀ ਹੈ। ਚੰਗੀ ਗੱਲ ਲੱਖਾਂ ਦੀ ਸਮੂਹ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਪ੍ਰਤੀ ਸਾਰਿਆਂ ਦੇ ਮਨ ਦੇ ਅੰਦਰ ਬਹੁਤ ਵੱਡਾ ਸਤਿਕਾਰ ਹੈ। ਤੁਸੀਂ ਵੀ ਕੁਝ ਗੱਲਾਂ ਇਹ ਕਹੀਆਂ ਕਿ ਇਹਦਾ ਪਿੱਛੇ ਪਿਛੋਕੜ ਕੀ ਹੈ, ਇਹਦਾ ਕਾਰਨ ਕੀ ਹੈ। ਮੈਂ ਇਹ ਸਾਰੀ ਗੱਲ ਸ਼ੁਰੂ ਹੋਣ ਤੋਂ ਪਹਿਲਾਂ ਇਹ ਗੱਲ ਨਾਲ ਸਹਿਮਤ ਹੋਊਂਗਾ ਜਿਵੇਂ ਬਾਕੀ ਸਾਰੇ ਪੈਨਲਿਸਟ ਨੇ ਇਹ ਗੱਲ ਕਹੀ ਆ ਕਿ ਇਸ ਸਮੇਂ ਜੋ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜੋ ਸੇਵਾਵਾਂ ਕਰ ਰਹੇ ਨੇ ਜਾਂ ਉਹਨਾਂ ਦੇ ਮਨ ਦਾ ਬਲਬਲਾ ਹੈ, ਮੈਂ ਇਹ ਸਮਝਦਾ ਕਿ ਉਹ ਸਿੱਖਾਂ ਦੀਆਂ ਸੁੱਚੀਆਂ ਭਾਵਨਾਵਾਂ ਦਾ ਪ੍ਰਤੀਕ ਹੈ। ਸੋ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਰਲਗੜ ਨਾ ਕੀਤੀ ਜਾਵੇ। ਤੇ ਮੈਂ ਅਕਾਲੀ ਦਲ ਨਾਲ ਸੰਬੰਧਿਤ ਹਾਂ, ਅਕਾਲੀ ਦਲ ਦੇ ਨਾਲ ਸੰਬੰਧਿਤ ਹੋਣਾ ਕੋਈ ਗੁਨਾਹ ਨਹੀਂ। ਕਿਸੇ ਰਾਜਸੀ ਪਾਰਟੀ ਨਾਲ ਹਰ ਬੰਦਾ ਸੰਬੰਧਿਤ ਹੁੰਦਾ ਜਾਂ ਬਾਕੀ ਜਿਹੜਾ ਤਾਮ ਝਾਮ ਹੈ, ਕੋਈ ਵੀ ਜਥੇਦਾਰ ਸਾਹਿਬ ਤੇ ਕਿਸੇ ਤਰ੍ਹਾਂ ਦਾ ਕੋਈ ਦਬਾਅ ਪ੍ਰਭਾਵ ਕੋਈ ਆਪਣਾ ਨਿੱਜੀ ਰਾਏ ਨਹੀਂ ਦੇ ਰਿਹਾ। ਜੋ ਕੁਝ ਕਰ ਰਹੇ ਨੇ ਉਹ ਸਿੰਘ ਸਾਹਿਬ ਆਪਣੇ ਤੌਰ ਤੇ ਕਰ ਰਹੇ ਨੇ ਤੇ ਅਸੀਂ ਚਾਹੁੰਦੇ ਵੀ ਹਾਂ ਕਿ ਅਕਾਲ ਤਖਤ ਸਾਹਿਬ ਦੀ ਜਿਹੜੀ ਸਰਪ੍ਰਸਤੀ ਆ ਉਹ ਆਪਣੇ ਆਪ ਦੀ ਇੱਕ ਆਜ਼ਾਦ ਹਸਤੀ ਹੋਵੇ। ਇਹ ਹਰ ਸਿੱਖ ਦਾ ਇੱਕ ਫਰਜ਼ ਆ। ਸੋ ਮੈਂ ਇੱਕ ਵਿਸ਼ਵਾਸ ਦਵਾਉਣਾ ਕਿ ਇਸ ਤਰ੍ਹਾਂ ਦਾ ਕੋਈ ਵਿਚਾਰ ਕਰਨ ਦੀ ਜਾਂ ਫਿਕਰ ਕਰਨ ਦੀ ਲੋੜ ਨਹੀਂ। ਹੁਣ ਰਹੀ ਗੱਲ, ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਥੇਦਾਰ ਸਾਹਿਬ ਨੇ ਜੋ ਗੱਲ ਕੀਤੀ ਉਹਦੇ ਵਿੱਚ ਭਾਵੇਂ ਕਿਸੇ ਪਾਰਟੀ ਦਾ ਜਾਂ ਸਰਕਾਰ ਦਾ ਨਾਮ ਨਹੀਂ ਲਿਆ, ਪਰ ਮੈਂ ਇੱਥੇ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਕਿ ਅੱਜ ਦੇ ਵਿਸ਼ੇ ਦੇ ਵਿੱਚ ਜਿਸ ਗੱਲ ਨਾਲ ਆਪਾਂ ਕਰ ਰਹੇ ਹਾਂ ਉਹ ਅੱਜ ਮੌਜੂਦਾ ਸਰਕਾਰ ਹੈ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ। ਭਾਰਤੀ ਜਨਤਾ ਪਾਰਟੀ ਪਲੱਸ ਫਲਾਣੇ ਲੋਕ ਪਾਰਟੀ ਆ ਜਿਹਦੇ 'ਚ ਸਾਡਾ ਵੀ ਇੱਕ ਦੋ ਅਕਾਲੀ ਦਲ ਦਾ ਯੋਗਦਾਨ ਹੈ, ਇੱਕ ਗੱਠਜੋੜ ਹੈ। ਉਸ ਗੱਠਜੋੜ ਦੇ ਬਾਰੇ 'ਚ ਮੈਂ ਆਪਣੇ ਤੌਰ ਤੇ ਕਲੀਅਰ ਕਰ ਦਿਆਂ ਕਿ ਇਹ ਜਿਹੜੀ ਭਾਰਤੀ ਜਨਤਾ ਪਾਰਟੀ ਆ ਇਹ ਪਹਿਲਾਂ ਜਨਸੰਘ ਹੁੰਦੀ ਸੀ। ਜਨਸੰਘ ਨੇ ਨਾਅਰਾ ਲਾਇਆ ਸੀ ਕੱਛ ਕੜਾ ਕਿਰਪਾਨ ਭੇਜ ਦਿਆਂਗੇ ਪਾਕਿਸਤਾਨ। ਇਸ ਭਾਰਤੀ ਜਨਤਾ ਪਾਰਟੀ ਦਾ ਆਗੂ ਅਡਵਾਨੀ ਰਿਹਾ, ਜਿਹੜੇ ਅਡਵਾਨੀ ਨੇ ਬਲੂ ਸਟਾਰ ਆਪਰੇਸ਼ਨ ਦੇ ਵਿੱਚ ਇੰਦਰਾ ਗਾਂਧੀ ਨੂੰ ਸਹਿਮਤੀ ਦਿੱਤੀ ਤੇ ਉਹਨੂੰ ਦੁਰਗਾ ਦਾ ਖਿਤਾਬ ਦਿੱਤਾ। ਇਹ ਭਾਰਤੀ ਜਨਤਾ ਪਾਰਟੀ ਦਾ ਸਾਡੇ ਮਨ ਦੇ ਅੰਦਰ ਫਿਗਰ ਹੈ। ਉਸ ਤੋਂ ਬਾਅਦ ਆ ਜਾਂਦਾ ਅੱਜ ਦੀ ਤਰੀਕ 'ਚ ਜਿਹੜੇ ਸਿੱਖ ਗੁਰਦੁਆਰੇ ਨੇ, ਸਿੱਖਾਂ ਨੂੰ ਆਪਣੇ ਗੁਰਦੁਆਰਿਆਂ ਤੇ ਬੜਾ ਜਿਵੇਂ ਸਤਿਕਾਰ ਹੈ ਤੇ ਉਹਨਾਂ ਦੀ ਰਾਖੀ ਵਾਸਤੇ ਜਾਨ ਦਿੰਦੇ ਨੇ। ਤਲੀ ਤੇ ਰੱਖ ਕੇ ਬਾਬਾ ਦੀਪ ਸਿੰਘ ਦੇ ਵਾਲੇ ਤੋਂ ਇਤਿਹਾਸ ਇਹ ਦਰਜ ਹੈ ਕਿ ਸਾਡੇ ਯੂਪੀ 'ਚ ਗਿਆਨ ਗੋਦੜੀ ਸਾਡੇ ਤੋਂ ਖੋਲਿਆ ਜਾ ਰਿਹਾ, ਸਿੱਕਮ ਵਿੱਚ ਡਾਂਗਮਾਰ ਖੋਲਿਆ ਜਾ ਰਿਹਾ, ਉੜੀਆ ਵਿੱਚ ਗੁਰਦੁਆਰਾ ਆਰਤੀ ਮੰਗੂ ਮੱਠ ਸਾਡੇ ਤੋਂ ਖੋਇਆ ਜਾ ਰਿਹਾ। ਉਹ ਇਹ ਗੱਲ ਸਾਡੇ ਮਨ ਦੇ ਅੰਦਰ ਮੇਰੇ ਇਕੱਲੇ ਦੇ ਨਹੀਂ, ਇਹ ਅਕਾਲੀ ਦਲ ਹਮੇਸ਼ਾ ਗੱਲ ਚੱਲਦੀ ਆ, ਇਹਨਾਂ ਘਟਾਉਂਦਾ ਆ ਰਿਹਾ। ਕੋਈ ਵੀ ਮੁੱਦਾ ਪੰਜਾਬ ਦਾ, ਕਸ਼ਮੀਰ ਦਾ, ਸਿੱਖਾਂ ਦਾ, ਅਕਾਲੀ ਦਲ ਆਪਣਾ ਫਰਜ਼ ਅਦਾ ਕਰਦਾ ਆ ਰਿਹਾ। ਪਰ ਮੈਂ ਇੱਥੇ ਤੁਹਾਡੇ ਤੋਂ ਇੱਕ ਮਿੰਟ ਇਸ ਕਰਕੇ ਫਾਲਤੂ ਬੋਲਣਾ ਚਾਹੁੰਦਾ। ਇਹ ਗੱਲ ਗੁਰਦੀਪ ਸਿੰਘ ਜੀ ਨੇ ਕੀਤੀ ਸੀ ਇਹ ਜਿਹੜਾ ਦੇਸ਼ ਹੈ, ਇਸ ਦੇਸ਼ ਦੇ ਵਿੱਚ ਆ ਉਹ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਆ। ਵੱਡੀ ਗੱਲ ਨਹੀਂ ਕਰਦਾ, ਇੱਕੋ ਗੱਲ 'ਚ ਗੱਲ ਨਿਬੇੜ ਦਿੰਦਾ ਕਿ ਸਿੱਖਾਂ ਦੀ ਆਜ਼ਾਦੀ ਵਿੱਚ ਦੇਸ਼ ਦੀ ਆਜ਼ਾਦੀ ਸਿੱਖਾਂ ਦੀ ਬਹੁਤ ਵੱਡੀ ਦੇਣ ਹੈ। ਪਰ ਜਿਹੜੇ ਵੈਦ ਜੀ ਬੈਠੇ ਆ, ਭਾਵੇਂ ਇਹਨਾਂ ਨੇ ਇਹ ਗੱਲ ਤੋਂ ਪੱਲਾ ਕਿ ਉਹ ਸਿੱਖ ਹੋਣ ਦੇ ਨਾਤੇ ਬੈਠੇ ਆ, ਕਾਂਗਰਸ ਦੇ ਨੁਮਾਇੰਦੇ ਦੇ ਤੌਰ, ਮੈਂ ਕਹਿੰਦਾ ਚੰਗੀ ਗੱਲ ਹੈ।
ਅੱਜ ਮੈਨੂੰ ਇਹ ਚੈਨਲ ਤੇ ਇੱਕ ਇਹਨਾਂ ਦੇ ਕਾਂਗਰਸ ਦੇ ਆਗੂ ਸਾਹਿਬਾਨ ਵੇਰਕਾ ਸਾਹਿਬ ਜ਼ਿਕਰ ਕਰਦੇ ਦਿਖਾਈ ਦਿੱਤੇ ਵੀ ਉਹਨਾਂ ਨੇ ਕਿਹਾ ਵੀ ਜਥੇਦਾਰ ਸਾਹਿਬ ਦਾ ਬਿਆਨ ਬਹੁਤ ਚੰਗਾ, ਬੜੀ ਖੁਸ਼ੀ ਪ੍ਰਗਟ ਕੀਤੀ। ਉਹ ਸਾਰਾ ਜਿਹੜਾ ਨਜ਼ਲਾ ਸੀ ਉਹ ਮੌਜੂਦਾ ਜਿਹੜੀ ਸਰਕਾਰ ਤੇ ਝਾੜ ਰਹੇ ਸੀ। ਪਰ ਮੈਂ ਇਹ ਗੱਲ ਕਰਦਾ ਵੀ ਉਹ ਕਿਉਂ ਇਸ ਗੱਲ ਨੂੰ ਭੁੱਲ ਜਾਂਦੇ ਆ, ਖੁਸ਼ਖਾਮੀ ਕਿਉਂ ਉਹਨਾਂ ਦੇ ਅੰਦਰ ਕਿ ਇਹ ਦੋਨੇ ਸਿੱਕੇ ਦੇ ਦੋਨੇ ਅੱਗਰ ਪਿੱਛੜ ਨੇ। ਜਦੋਂ ਵੀ ਕਦੇ ਸਿੱਖਾਂ ਦਾ ਮਸਲਾ ਆਉਂਦਾ ਉੱਥੇ ਸਾਰੇ ਲੋਕ ਇਕੱਠੇ ਨੇ, ਉੱਥੇ ਕਾਂਗਰਸ ਵੀ ਤੇ ਭਾਰਤੀ ਜਨਤਾ ਪਾਰਟੀ ਵੀ ਇਕੱਠੀ ਆ। ਚਾਹੇ ਸਰਕਾਰ ਕਾਂਗਰਸ ਦੀ ਹੋਵੇ ਤਾਂ ਭਾਰਤੀ ਜਨਤਾ ਪਾਰਟੀ ਨਾਲ ਹੋਏਗੀ, ਬਲੂ ਸਟਾਰ ਆਪਰੇਸ਼ਨ ਸਹਿਮਤੀ ਕਰੇਗੀ। ਸੋ ਅੱਜ ਵੀ ਜਦੋਂ ਸਿੱਖਾਂ ਦਾ ਮਸਲਾ ਆਉਂਦਾ, ਹੁਣ ਇਸ ਗੱਲ ਨੂੰ ਅਸੀਂ ਕਿਵੇਂ ਭੁੱਲ ਸਕਦੇ ਹਾਂ ਕਿ ਜਿਹੜਾ ਦੇਸ਼ ਜਦੋਂ ਆਜ਼ਾਦ ਹੋਇਆ, ਉਸ ਦੇਸ਼ ਨੂੰ ਆਜ਼ਾਦ ਹੋਣ ਤੋਂ ਬਾਅਦ ਅੱਜ 70 ਨੇ ਕੀ ਕੁਛ ਕੀਤਾ ਸਾਡੇ ਨਾਲ। ਤੁਹਾਨੂੰ ਪਤਾ ਸਭ ਤੋਂ ਪਹਿਲਾਂ ਵਜ਼ੀਫਾ ਦਿੱਤਾ, ਤੁਹਾਨੂੰ ਦਾਨ ਦਕਸ਼ਨਾ ਦਿੱਤੀ। ਉਹਨਾਂ ਨੇ ਕਿਹਾ ਮੈਨੂੰ ਸਾਰੇ ਪੈਨਲ ਸਹਿਮਤ ਹੋਣਗੇ। ਉਹਨਾਂ ਨੇ ਜਿਹੜਾ ਸਿੱਖਾਂ ਨੂੰ ਜਰਾਇਮ ਪੇਸ਼ਾ ਦਿੱਤਾ ਕਿ ਇਹ ਸਿੱਖਾਂ ਨਾਲ ਹੀ ਧੱਕਾ ਹੋਇਆ ਨਾ, ਇਹ ਸਿੱਖਾਂ ਨਾਲ ਸਿੱਧਾ ਹਮਲਾ ਸੀ। ਉਸ ਤੋਂ ਬਾਅਦ 1931 ਵਿੱਚ ਮਹਾਤਮਾ ਗਾਂਧੀ ਸੀਸਗੰਜ ਸਾਹਿਬ ਤੁਸੀਂ ਦੇਖੋ ਗਰੇਵਾਲ ਸਾਹਿਬ ਤੁਸੀਂ ਆਪਣੀ ਗੱਲ ਦਾ ਜਵਾਬ ਦਿਓ। ਤੁਸੀਂ ਇਹ ਦੱਸੋ, ਨਹੀਂ ਦੇਖੋ ਜੇ ਆਪਾਂ ਹਿਸਟਰੀ ਜਾਵਾਂਗੇ ਤਾਂ ਬੜਾ ਕੁਛ। ਉਹਨਾਂ ਨੇ ਗੱਲ ਸਪਸ਼ਟ ਇਹ ਕਹੀ ਕਿ ਜਿਹੜੇ ਗੈਰ ਹਿੰਦੂਆਂ ਨੂੰ ਇੱਥੇ ਨਾ ਰੱਖਣ ਦੀਆਂ ਨੀਤੀਆਂ ਸ਼ੁਰੂ ਹੋ ਗਈਆਂ। ਇਹ ਗਿਆਨੀ ਹੋਰਾਂ ਨੇ ਕਿਹਾ। ਮੈਂ ਕਹਿ ਰਿਹਾ ਸੀ ਪਰ ਤੁਹਾਡੀ ਡਿਬੇਟ ਦਾ ਨਿਆਂ ਕਰ ਰਹੀ ਹੋਊਗੀ ਜੇ ਸਾਰੇ ਪੱਖ ਤੁਸੀਂ ਨਹੀਂ ਵਾਚੋਗੇ। ਮੇਰੇ ਦੋਨੇ ਪੈਨਲਿਸਟ ਭਰਾਵਾਂ ਨੇ ਇਹ ਗੱਲ ਕੀਤੀ ਆ। ਦੇਖੋ ਇਹ ਗੱਲ ਕਰਨ 'ਚ ਕੋਈ ਹਰਜ ਨਹੀਂਗਾ। ਇਸ ਹਿੰਦੁਸਤਾਨ ਦੇ ਵਿੱਚ ਜਦੋਂ ਦਾ ਹਿੰਦੁਸਤਾਨ ਆਜ਼ਾਦ ਹੋਇਆ ਵਿਤਕਰਾ ਹੋਇਆ। ਉਹ ਪੰਡਤ ਜਵਾਹਰ ਲਾਲ ਨੇ ਕੀ ਗੱਲ ਕਹੀ 1946 ਦੇ ਵਿੱਚ, ਉਹਨੇ ਕਿਹਾ ਸੰਵਿਧਾਨ ਬਣੂਗਾ ਤੁਹਾਡੇ ਮੁਤਾਬਕ ਬਣੂਗਾ। ਜਦੋਂ 47 ਚ ਮਾਸਟਰ ਤਾਰਾ ਸਿੰਘ ਹੋਣੀ ਗਏ ਤੇ ਬਾਬਾ ਖੜਕ ਸਿੰਘ ਹੋਲੇ, ਜਵਾਹਰ ਲਾਲ ਕਹਿੰਦਾ ਜੀ ਇਹ ਤਾਂ ਪੁਰਾਣੀਆਂ ਗੱਲਾਂ ਵਾ। ਸੋ ਉਸ ਤੋਂ ਬਾਅਦ ਪੰਜਾਬੀ ਸੂਬੇ ਦਾ ਮੋਰਚਾ ਆਉਂਦਾ, ਉਸ ਤੋਂ ਬਾਅਦ ਗੱਲ ਆਉਂਦੀ, ਸਾਰੀ ਗੱਲ ਨਿਬੇੜ ਕੇ ਸਿਰੇ ਤੇ ਲੈ ਆਉਣਾ। ਜਿਹੜੀ ਗੱਲ ਪੈਨਲਿਸਟ ਨੇ ਕੀਤੀ ਆ ਕਿ ਕਦੇ ਕਿਸੇ ਦੇਸ਼ ਨੇ ਆਪਦੇ ਧਰਮ ਸਥਾਨ ਤੇ ਫੌਜ ਚੜੀ, ਸਿੱਖਾਂ ਨਾਲ ਸਿੱਧਾ ਹਮਲਾ ਸੀ, ਸਿੱਖਾਂ ਨਾਲ ਵਿਤਕਰਾ ਸੀ। ਮੈਂ ਉਹੀ ਗੱਲ ਕਰਦਾ ਕਿ ਇੰਦਰਾ ਗਾਂਧੀ ਇਹਦੇ ਨਾਲ ਜਿਹੜਾ ਜਸਟੀਫਾਈ ਕਰ ਰਹੇ ਹੋ ਕਿ ਤੁਸੀਂ ਇਹ ਜਸਟੀਫਾਈ ਕਰ ਰਹੇ ਹੋ ਵੀ ਕਾਂਗਰਸ ਨੇ ਜੋ ਕੀਤਾ, ਅਕਾਲ ਤਖਤ ਤੇ ਅਟੈਕ ਕੀਤਾ, ਠੀਕ ਹੈ, ਇਹ ਤੁਸੀਂ ਕਹਿ ਕੇ ਇਹਨਾਂ ਨੂੰ ਮਾਫ ਕਰਨਾ ਚਾਹੁੰਦੇ ਹੋ ਜਿਹੜੇ ਕੁਝ ਹੋਰ ਕਰ ਰਹੇ ਨੇ? ਨਹੀਂ, ਮੈਂ ਕਦੋਂ ਮਾਫ ਕਰਨਾ ਚਾਹੁੰਦਾ? ਮੈਂ ਪਹਿਲਾਂ ਉਹਨਾਂ ਦੀ ਗੱਲ ਕੀਤੀ ਆ ਵੀ ਉਹਨਾਂ ਨੇ ਸਾਡੇ ਗੁਰਦੁਆਰਿਆਂ ਦੇ ਕਬਜ਼ੇ ਜਿਹੜੇ ਕੀਤੇ, ਸਾਡੇ ਗੁਰਦੁਆਰੇ ਸਾਤੋਂ ਖਵਾਏ, ਪਹਿਲਾਂ ਉਹਨਾਂ ਦੀ ਗੱਲ ਕੀਤੀ ਆ। ਮੈਂ ਗਰੇਵਾਲ ਸਾਹਿਬ ਬੀਜੇਪੀ ਨੂੰ ਮਾਫ ਕਰਨਾ, ਬਿਲਕੁਲ ਬਰੀ ਨਹੀਂ ਕਰਨਾ ਚਾਹੁੰਦਾ, ਪਰ ਮੈਂ ਬਿਲਕੁਲ ਮਾਫ ਕਰਨਾ ਤੁਹਾਡੀ। ਪਰ ਤੁਸੀਂ ਕਿਵੇਂ ਜਸਟੀਫਾਈ ਕਰੋਗੇ? ਤੁਸੀਂ ਉਹ ਸਰਕਾਰ ਦਾ ਹਿੱਸਾ ਹੋ। ਨਹੀਂ, ਮੈਂ ਗੱਲ ਕਹਿਣਾ ਕਿ ਜਦੋਂ ਵੀ ਗੱਲ ਉੱਠਦੀ ਆ ਅਸੀਂ ਉਹਦੇ ਵਿੱਚ ਆਵਾਜ਼ ਉਠਾਉਂਦੇ ਆ, ਅਸੀਂ ਆਵਾਜ਼ ਉਠਾਉਂਦੇ ਆ। ਸ਼੍ਰੋਮਣੀ ਅਕਾਲੀ ਦਲ ਨੇ ਕੋਈ ਆਵਾਜ਼ ਨਹੀਂ ਉਠਾਈ, ਕੋਈ ਰਿਐਕਸ਼ਨ ਨਹੀਂ ਤੁਹਾਡਾ ਇਸ ਮਾਮਲੇ ਦੇ? ਨਹੀਂ, ਬਿਲਕੁਲ ਆਵਾਜ਼ ਆਈ ਹੈ ਜੀ। ਕਦੋਂ ਦੱਸੋ ਅਸੀਂ ਹਿੰਦੂ ਰਾਸ਼ਟਰ ਦੀ ਗੱਲ ਕਦੋਂ ਕੀਤੀ ਹੈ, ਕਦੋਂ ਹਮਾਇਤ ਕੀਤੀ ਹੈ ਇਸ ਗੱਲ ਦੀ? ਉਹ ਜਦੋਂ ਤੁਸੀਂ ਗਰੇਵਾਲ ਸਾਹਿਬ ਦਿੱਲੀ ਵਿੱਚ ਬੈਂਸ ਸਾਹਿਬ ਦੀ ਗੱਲ ਸੁਣ ਲੈ, ਬੈਂਸ ਸਾਹਿਬ ਦੀ ਗੱਲ ਸੁਣ ਕੇ ਫਿਰ ਆਪਾਂ ਅੱਗੇ ਜਾਵਾਂਗੇ। ਗਰੇਵਾਲ ਸਾਹਿਬ ਵੈਜੀ ਇੱਕ ਮਿੰਟ ਗੱਲ ਸੁਣ ਲਓ। ਗਰੇਵਾਲ ਸਾਹਿਬ ਇੱਕ ਸਵਾਲ ਨਹੀਂ ਤੁਸੀਂ ਜਵਾਬ, ਇੱਕ ਤੁਹਾਨੂੰ ਮੈਂ ਸਵਾਲ ਕਰਦਾ, ਜਵਾਬ ਦੇ ਦਿਓ। ਨਹੀਂ, ਹਰਪ੍ਰੀਤ ਨੇ ਜਿਹੜੀ ਕੱਲ ਸਟੇਟਮੈਂਟ ਦਿੱਤੀ ਹੈ, ਅਕਾਲੀ ਦਲ ਦਾ ਸਟੇਟਮੈਂਟ ਨੂੰ ਸਪਸ਼ਟ ਕਰ ਦਿਓ। ਮੈਂ ਤਾਂ ਕਹੀ ਜਾਣਾ ਜੀ, ਤੁਹਾਨੂੰ ਮੈਂ ਪਹਿਲਾਂ ਹੀ ਗੱਲ ਕੀਤੀ ਆ ਵੀ ਅਸੀਂ ਕਦੋਂ ਇਹ ਗੱਲ ਕਹਿੰਦੇ ਆ ਕਿ ਜਿਹੜੀਆਂ ਕਿੱਧਰ ਬੈਠੀਆਂ ਸਰਕਾਰਾਂ ਵਾ, ਚਾਹੇ ਮੌਜੂਦਾ ਚਾਹੇ ਪੁਰਾਣੀਆਂ, ਉਹ ਸਿੱਖਾਂ ਦੇ ਨਾਲ ਸਹੀ ਵਤੀਰਾ ਕਰਦੀਆਂ। ਮੈਂ ਕਦੋਂ ਕਿਹਾ? ਮੈਂ ਉਹੀ ਤਾਂ ਗੱਲ ਕਰ ਰਿਹਾ। ਪਰ ਇਹਦੇ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਮਿੰਟ ਗਰੇਵਾਲ ਸਾਹਿਬ, ਇਹ ਨਿੱਜੀ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੋਂ ਸਟੇਟਮੈਂਟ ਦਵਾਓ ਕੱਲ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਜਿਹੜੀ ਗੱਲ ਕਹੀ ਆ ਉਹ ਬਿਲਕੁਲ ਹੈ, ਤਾਂ ਅਕਾਲੀ ਦਲ ਦਾ ਸਟੈਂਡ ਇਸ ਤਰ੍ਹਾਂ। ਗਰੇਵਾਲ ਸਾਹਿਬ ਅੱਜ ਇਹ ਸਟੈਂਡ ਤੁਹਾਡਾ ਜਿਹੜਾ ਇਸ ਤਰ੍ਹਾਂ ਦਾ ਨਹੀਂ, ਪਰ ਫਿਰ ਵੀ ਮੈਂ ਸਮਝਦਾ ਕਿ ਸਾਡੇ ਨਾਲ ਸਿਆਸੀ ਮਾਹਰ ਨੇ। ਬੈਂਸ ਸਾਹਿਬ ਮੈਂ ਦੁਬਾਰਾ ਆਉਣਾ ਸਭ ਦੇ ਕੋਲ, ਲੇਕਿਨ ਇੱਕ ਵਾਰ ਆਪਾਂ ਉਹਨਾਂ ਨੂੰ ਜਿੰਨਾ ਹੁਣ ਤੱਕ ਦੀ ਡਿਸਕਸ਼ਨ ਹੈ ਉਹ ਤੇ ਟਿੱਪਣੀ ਲੈ ਲਈਏ। ਡਾਕਟਰ ਕੇਰ ਸਿੰਘ ਤੁਸੀਂ ਜਾਣਦੇ ਹੋ, ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਰਹੇ ਨੇ, ਯੂਨੀਵਰਸਿਟੀ ਹੈੱਡ ਰਹੇ ਨੇ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਰਹੇ ਨੇ, ਔਰ ਪੋਲੀਟੀਕਲੀ ਸਾਰੇ ਲੋਕ ਮੰਨਦੇ ਨੇ। ਕੀ ਕਹੋਗੇ ਜੀ ਡਾਕਟਰ ਕੇਰ ਸਿੰਘ ਜੀ, ਸਾਰੇ ਜਿੰਨੇ ਸਾਡੇ ਪੈਨਲਿਸਟ ਨੇ ਉਹਨਾਂ ਦੀ ਟਿੱਪਣੀਆਂ ਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਪੂਰੀ ਸਟੇਟਮੈਂਟ ਤੇ? ਵਾਲੀਆ ਸਾਹਿਬ, ਇਹਦੇ ਵਿੱਚ ਤਿੰਨ ਨੁਕਤੇ ਆਪਾਂ ਨੂੰ। ਪਹਿਲੀ ਗੱਲ ਤੇ ਇਹ ਕਿ ਜਥੇਦਾਰ ਸਾਹਿਬ ਨੇ ਇਹ ਸੁਤੰਤਰ ਰੂਪ ਚ ਬਿਆਨ ਦਿੱਤਾ ਜਾਂ ਇਹ ਸਪਾਂਸਰਡ ਹੈ? ਤੁਸੀਂ ਇਹ ਪ੍ਰਸ਼ਨ ਮੁੱਢ ਚ ਕੀਤਾ ਸੀ।
ਮੈਂ ਸਮਝਦਾ ਹਾਂ ਕਿ ਇਹ ਉਹਨਾਂ ਦਾ ਨਿੱਜੀ ਤੌਰ ਤੇ ਸੋਚਿਆ ਸਮਝਿਆ ਹੋਇਆ ਬਿਆਨ ਹੈ ਔਰ ਜਥੇਦਾਰ ਸਾਹਿਬ ਦੀ ਸ਼ਖਸੀਅਤ ਉਹ ਹਰ ਸ਼ਖਸੀਅਤ ਦੇ ਨਾਲ ਉਹਦਾ ਰੋਲ ਉਹ ਵੱਖਰਾ ਰਹਿੰਦਾ, ਇਕਸਾਰ ਨਹੀਂ ਰਹਿੰਦਾ। ਜੋ ਇਸ ਤੋਂ ਪਹਿਲਾਂ ਜਥੇਦਾਰ ਸਾਹਿਬ ਸੀਗੇ, ਜੋ ਉਹਨਾਂ ਦੀ ਕਾਰਗੁਜ਼ਾਰੀ ਸੀ, ਉਹਨਾਂ ਦੀ ਕਾਰਗੁਜ਼ਾਰੀ ਕਰਕੇ ਇਹ ਸੰਸਥਾ ਕਾਫੀ ਚਰਚਾ 'ਚ ਰਹੀ, ਬਦਨਾਮ ਵੀ ਹੋਈ, ਕੰਟਰੋਵਰਸ਼ੀਅਲ ਹੋਈ। ਪਰ ਇਸ ਤੋਂ ਪਹਿਲਾਂ ਵੀ ਤੇ ਜਥੇਦਾਰ ਸਾਹਿਬ ਰਹੇ ਹਨ। ਆਪਾਂ ਨੂੰ ਪਤਾ ਹੈ ਜਥੇਦਾਰ ਦਰਸ਼ਨ ਸਿੰਘ ਹੋਣੀ ਵੀ ਰਹੇ, ਜਥੇਦਾਰ ਮਨਜੀਤ ਸਿੰਘ ਹੋਣੀ ਵੀ ਰਹੇ, ਜਥੇਦਾਰ ਰਣਜੀਤ ਸਿੰਘ ਹੋਣੀ ਵੀ ਰਹੇ, ਹੋਰ ਜਥੇਦਾਰ ਬਹੁਤ ਰਹੇ। ਅਜਨੋਆ ਸਾਹਿਬ ਇਸ ਤੋਂ ਪਹਿਲਾਂ ਬਹੁਤ ਭੌਰਾ ਸਾਹਿਬ ਵੀ ਰਹੇ। ਉਹਨਾਂ ਦਾ ਰੋਲ ਬੜਾ ਮਾਣਮੱਤਾ ਰੋਲ ਹੈ ਔਰ ਕਿਸੇ ਇੱਕ ਜਥੇਦਾਰ ਦੀ ਜਿਹੜੀ ਕਾਰਗੁਜ਼ਾਰੀ ਨੂੰ ਆਪਾਂ ਨੂੰ ਸਟੈਂਡਰਡ ਨਹੀਂ ਮੰਨ ਲੈਣਾ ਚਾਹੀਦਾ। ਇਹ ਜੋ ਪ੍ਰੈਜ਼ੈਂਟ ਜਥੇਦਾਰ ਹਨ, ਇਹ ਪੜ੍ਹੇ ਲਿਖੇ ਨੌਜਵਾਨ ਹਨ, ਸੋਚਵਾਨ ਹਨ, ਵੱਡੀ ਬਹੁਤ ਇਹਨਾਂ ਦਾ ਵਿਜ਼ਨ ਬ੍ਰੌਡ ਹੈ ਔਰ ਇਹਨਾਂ ਨੂੰ ਸਾਰੀਆਂ ਸਿਆਸਤ ਦੀਆਂ ਪਰਤਾਂ ਦੀ ਵੀ ਸਮਝ ਹੈ। ਸੋ ਮੈਂ ਸਮਝਦਾ ਕਿ ਇਹ ਬਿਆਨ ਜੋ ਦਿੱਤਾ ਹੋਇਆ ਉਹਨਾਂ ਦਾ, ਇਹ ਉਹਨਾਂ ਦੀ ਆਪਣੀ ਸੋਚ ਵਿੱਚੋਂ ਨਿਕਲਿਆ, ਜੋ ਉਹ ਅਬਜ਼ਰਵ ਕਰ ਰਹੇ ਹੈ, ਜੋ ਰਾਜਨੀਤਿਕ ਵਰਤਾਰਾ ਹੈ। ਇਹ ਗੱਲ ਵੱਖਰੀ ਹੈ ਕਿ ਉਹਨਾਂ ਦਾ ਇਹ ਬਿਆਨ ਜਿਹੜਾ ਹੈ ਉਹ ਕਾਂਗਰਸ ਨੂੰ ਇੱਕ ਤਰ੍ਹਾਂ ਨਾਲ ਸੂਟ ਕਰਦਾ ਹੈ, ਅਕਾਲੀਆਂ ਨੂੰ ਹੋਰ ਢੰਗ ਨਾਲ ਇਹ ਸੂਟ ਕਰ ਸਕਦਾ ਹੈ, ਉਹਦੀ ਇਹ ਇੰਟਰਪ੍ਰੀਟੇਸ਼ਨ ਹੋ ਸਕਦੀ ਹੈ। ਜਦੋਂ ਹੁਣ ਕਾਂਗਰਸ ਦੇ ਬੁਲਾਰੇ ਇਹ ਕਹਿੰਦੇ ਹੈ ਕਿ ਉਹਨਾਂ ਨੇ ਬਿਆਨ ਇਹ ਬਹੁਤ ਖੂਬ ਦਿੱਤਾ ਹੈ ਔਰ ਪ੍ਰੈਜ਼ੈਂਟ ਗਵਰਨਮੈਂਟ ਜਿਹੜੀ ਹੈਗੀ ਹੈ ਉਹਦੇ ਵਿੱਚ ਭਾਜਪਾ ਅਕਾਲੀ ਦਲ ਜਿਹੜਾ ਹੈਗਾ ਆਪਣੀ ਪੋਜੀਸ਼ਨ ਕਲੀਅਰ ਕਰਨੀ ਚਾਹੀਦੀ ਹੈ, ਤਾਂ ਉਹ ਤੋਂ ਇਹੀ ਲੱਗਦਾ ਹੈ ਕਿ ਇਹਦੀ ਸਿਆਸੀ ਢੰਗ ਨਾਲ ਇੰਟਰਪ੍ਰੀਟੇਸ਼ਨ ਕਾਂਗਰਸ ਇਸ ਢੰਗ ਨਾਲ ਕਰੇਗੀ ਜਿਹਦੇ ਨਾਲ ਅਕਾਲੀਆਂ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ। ਅਕਾਲੀ ਦਲ ਦੀ ਪੋਜੀਸ਼ਨ ਇਹਦੀ ਵਰਤੋਂ ਕਰਨ ਦੇ ਵਿੱਚ ਇਸ ਕਰਕੇ ਹੈ ਜੀ ਵਾਲੀਆ ਸਾਹਿਬ, ਸੰਭਾਵਨਾ ਇਹਦੀ ਇਹ ਹੈ ਕਿ ਸਪੋਜ਼ ਕੱਲ ਨੂੰ ਕਿਸੇ ਵੇਲੇ ਕੋਈ ਸਮੱਸਿਆ ਬੀਜੇਪੀ ਦੇ ਨਾਲ ਅਕਾਲੀ ਦਲ ਦੀ ਜਿਹੜੀ ਅਣਬਣ ਜਿਹੜੀ ਹੈ ਉਹ ਜ਼ਿਆਦਾ ਵਿਗੜ ਜਾਂਦੀ ਹੈ ਔਰ ਉਹਨਾਂ ਦਾ ਸਮਝੌਤਾ ਟੁੱਟ ਜਾਂਦਾ ਹੈ, ਤਾਂ ਅਕਾਲੀ ਦਲ ਆਪਣੇ ਉੱਪਰ ਕਿਸੇ ਕਿਸਮ ਦਾ ਦੋਸ਼ ਇਹ ਨਹੀਂ ਲੈਣਾ ਚਾਹੂਗਾ ਕਿ ਉਹ ਅਕਾਲ ਤਖਤ ਦੀ ਜਥੇਬੰਦੀ ਨੂੰ, ਅਕਾਲ ਤਖਤ ਦੇ ਆਫਿਸ ਨੂੰ ਆਪਣੇ ਹਿੱਤਾਂ ਲਈ ਵਰਤਦੇ ਹੈ। ਔਰ ਇਹ ਇੱਕ ਐਗਜ਼ਾਮਪਲ ਬਣ ਜਾਊਗੀ ਕਿ ਦੇਖੋ ਜੀ ਜਥੇਦਾਰ ਸਾਹਿਬ ਸੁਤੰਤਰ ਰੂਪ ਵਿੱਚ ਸਿੱਖ ਕੌਮ ਦੀ ਨੁਮਾਇੰਦਾ ਸੰਸਥਾ ਦੇ ਰੂਪ ਵਿੱਚ ਕੰਮ ਕਰ ਰਹੇ, ਅਸੀਂ ਉਹਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰ ਰਹੇ। ਸੋ ਮੈਨੂੰ ਲੱਗਦਾ ਹੈ ਕਿ ਪ੍ਰੈਜ਼ੈਂਟ ਹਾਲਾਤ ਜੋ ਹਨ ਉਹਦੇ ਵਿੱਚ ਅਕਾਲੀ ਦਲ ਦੇ ਹਿੱਤ ਵਿੱਚ ਇਹ ਨਹੀਂ ਹੈ ਕਿ ਉਹ ਜਥੇਦਾਰ ਦੀ ਕਾਰਗੁਜ਼ਾਰੀ ਦੇ ਵਿੱਚ ਇੰਟਰਫੀਅਰ ਕਰਨ, ਉਹਨੂੰ ਸੁਤੰਤਰ ਰੂਪ ਵਿੱਚ ਹੀ ਕਾਰਜ ਕਰਨ ਦੇਣਾ ਚਾਹੀਦਾ ਹੈ। ਮੇਰੀ ਸਮਝ ਮੁਤਾਬਕ ਇਹ ਅਕਾਲੀ ਦਲ ਦੇ ਹਿੱਤ ਹੈ, ਕਿਉਂਕਿ ਪਹਿਲਾਂ ਜਦੋਂ ਜਥੇਦਾਰ ਸਾਹਿਬ ਦੀ ਕਾਰਗੁਜ਼ਾਰੀ ਸੀ ਔਰ ਉਹ ਸਾਰੀ ਮੜੀ ਗਈ, ਜਥੇਦਾਰ ਦੇ ਜਿਹੜੀ ਕਾਰਗੁਜ਼ਾਰੀ ਸੀ ਉਹ ਮੜੀ ਜਾਂਦੀ ਰਹੀ ਅਕਾਲੀ ਦਲ ਦੇ ਉੱਪਰ ਵੀ, ਅਕਾਲੀ ਦਲ ਇਹ ਸਾਰਾ ਕੁਝ ਕਰਵਾ ਰਹੇ ਹੈ ਔਰ ਜਥੇਦਾਰ ਸਾਹਿਬ ਅਕਾਲੀ ਦਲ ਦੇ ਕਹੇ ਤੇ ਸਭ ਕੁਝ ਕਰ ਰਹੇ, ਚਾਹੇ ਡੇਰਾ ਸੱਚਾ ਸੌਦਾ ਦੀ ਗੱਲ ਹੋਵੇ, ਚਾਹੇ ਦੂਸਰੀਆਂ ਗੱਲਾਂ ਹੋਣ। ਸੋ ਮੈਂ ਸਮਝਦਾ ਕਿ ਅਕਾਲੀ ਦਲ ਨੇ ਜੇ ਇਹ ਲੈਸਨ ਲਰਨ ਕਰ ਲਿਆ ਹੋਇਆ ਤੇ ਇਹ ਚੰਗੀ ਗੱਲ ਹੈ ਕਿ ਹੁਣ ਉਹ ਇਹੋ ਜਿਹੀ ਕੋਈ ਆਪਣੇ ਉੱਪਰ ਦੋਸ਼ ਨਾ ਲੈਣ ਕਿ ਜਥੇਦਾਰ ਤੋਂ ਉਹ ਆਪਣੇ ਢੰਗ ਨਾਲ ਸਟੇਟਮੈਂਟ ਦਿਵਾਉਂਦੇ ਹਨ ਔਰ ਉਹਦੀ ਵਰਤੋਂ ਕਰਦੇ ਹਨ। ਜੇ ਉਹ ਇਸ ਤੋਂ ਗੁਰੇਜ਼ ਕਰਨਗੇ ਤਾਂ ਇਹ ਗੱਲ ਅਕਾਲੀ ਦਲ ਦੇ ਹਿੱਤ ਵਿੱਚ ਜਾ ਸਕਦੀ ਹੈ ਆਉਣ ਵਾਲੇ ਸਮਿਆਂ ਵਿੱਚ। ਤੇ ਮੈਂ ਸਮਝਦਾ ਇਹ ਹੈ ਕਿ ਜਿਹੜੀ ਗੱਲ ਤੁਸੀਂ ਕਾਲੀਆਂ ਭੇਡਾਂ ਵਾਲੀ ਗੱਲ ਕੀਤੀ ਸੀਗੀ ਔਰ ਇੰਸਟੀਟਿਊਸ਼ਨ ਨੂੰ ਢਾਹ ਦੀ ਗੱਲ ਸੀ, ਉਹਦਾ ਫੌਰੀ ਕੰਟੈਕਸਟ ਇਹ ਸੀਗਾ ਜਿਹੜੇ 200 ਤੋਂ ਉੱਪਰ ਸਰੂਪ ਜਿਹੜੇ ਹੈ ਉਹ ਨਹੀਂ ਉਪਲਬਧ, ਉਹ ਰੌਲਾ ਚੱਲ ਰਿਹਾ, ਉਹਦੀ ਇਨਕੁਆਇਰੀ ਦੀ ਗੱਲ ਸੀਗੀ। ਕਿਉਂਕਿ ਜਿਹੜੀ SGPC ਦੇ ਮੈਂਬਰਾਂ ਵੱਲੋਂ ਕੀਤੀ ਜਾਂਦੀ ਹੈ ਤਾਂ ਉਹਦੀ ਭਰੋਸੇਯੋਗਤਾ ਨਹੀਂ ਰਹਿੰਦੀ। ਸੋ ਉਹ ਭਰੋਸੇਯੋਗਤਾ ਬਹਾਲ ਕਰਨ ਵਾਸਤੇ ਜੇ ਕਿਸੇ ਸੁਤੰਤਰ ਜੱਜ ਤੋਂ ਇਹਦੀ ਇਨਕੁਆਇਰੀ ਕਰਵਾਈ ਜਾਂਦੀ ਹੈ ਔਰ ਮੈਂ ਸਮਝਦਾ ਕਿ ਇਹ ਵੀ ਫੈਸਲਾ ਬਹੁਤ ਅੱਛਾ ਹੋ ਗਿਆ ਕਿ SGPC ਇਸ ਗੱਲ ਨਾਲ ਸਹਿਮਤ ਹੋਗੀ ਕਿ ਜਥੇਦਾਰ ਸਾਹਿਬ ਆਪ ਹੀ ਇਹਦੀ ਇਨਕੁਆਇਰੀ ਕਰਾਉਣ ਔਰ ਸੁਤੰਤਰ ਰੂਪ ਵਿੱਚ ਕਿਸੇ ਸੁਤੰਤਰ ਜੱਜ ਤੋਂ ਇਨਕੁਆਇਰੀ ਕਰਵਾ ਲੈਣ। ਇਹ ਮੈਂ ਸਮਝਦਾ ਕਿ ਇਹ ਨਵਾਂ ਰੁਝਾਨ ਹੈ ਵਾਲੀਆ ਸਾਹਿਬ, ਇਹ ਨਵਾਂ ਰੁਝਾਨ ਹੈ
ਦੇਖਣ ਦੀ ਲੋੜ ਹੈ ਕਿ ਇਹਦੀ ਵਿਆਖਿਆ ਚਾਹੇ ਵੱਖ-ਵੱਖ ਢੰਗ ਨਾਲ ਹੋ ਸਕਦੀ ਹੈ। ਕਾਂਗਰਸ ਆਪਣੇ ਢੰਗ ਨਾਲ ਵਿਆਖਿਆ ਕਰੇਗੀ, ਅਕਾਲੀ ਦਲ ਆਪਣੇ ਢੰਗ ਨਾਲ ਵਿਆਖਿਆ ਕਰੇਗਾ। ਔਰ ਮੈਂ ਸਮਝਦਾ ਕਿ ਸ਼ੁਭ ਸ਼ਗਨ ਹੈ ਕਿ ਜੇ ਅਕਾਲ ਤਖਤ ਦਾ ਜਥੇਦਾਰ ਸੁਤੰਤਰ ਰੂਪ ਵਿੱਚ ਕਾਰਜ ਕਰ ਸਕੇ ਔਰ ਅਕਾਲੀ ਦਲ ਉਸ ਨੂੰ ਸੁਤੰਤਰ ਰੂਪ ਵਿੱਚ ਕਾਰਜ ਕਰਨ ਦੇਵੇ, ਤਾਂ ਮੈਂ ਸਮਝਦਾ ਕਿ ਇਹ ਸਮੁੱਚੀ ਪੰਜਾਬ ਔਰ ਸਿੱਖ ਕੌਮ ਦੇ ਹਿੱਤ ਵਿੱਚ, ਸਗੋਂ ਮੈਂ ਕਹਿੰਦਾ ਸਾਰੇ ਸਿੱਖ ਜੋ ਸੰਸਾਰ ਭਰ ਬੈਠੇ ਹੈ ਉਹਨਾਂ ਸਾਰੇ ਸਿੱਖਾਂ ਦੇ ਹਿੱਤ ਵਿੱਚ ਕਿ ਜੇ ਉਹਨਾਂ ਨੂੰ ਸੁਤੰਤਰ ਰੂਪ ਵਿੱਚ ਕਾਰਜ ਕਰਨ ਦੀ ਇਜਾਜ਼ਤ ਦਿੱਤੀ ਜਾਏ। ਮੇਰੀ ਸਮਝ ਮੁਤਾਬਕ ਜੋ ਉਹਨਾਂ ਨੇ ਇਹ ਸਟੇਟਮੈਂਟ ਹੈ ਇਹ ਉਹਨਾਂ ਦੀ ਆਪਣੀ ਸਮਝ ਵਿੱਚੋਂ ਨਿਕਲੀ ਹੋਈ ਹੈ। ਇਹ ਪਹਿਲਾ ਬਿਆਨ ਨਹੀਂ, ਇਸ ਤੋਂ ਪਹਿਲਾਂ ਵੀ ਉਹਨਾਂ ਨੇ ਇਹੋ ਜਿਹੇ ਕਈ ਤਰ੍ਹਾਂ ਦੇ ਬਿਆਨ ਦਿੱਤੇ ਹੈ। ਜਦੋਂ ਤੁਸੀਂ ਪਤਾ ਹੋਣਾ ਕਿ ਜਦੋਂ ਪਿੱਛੇ ਰੌਲਾ ਪਿਆ ਮੁਸਲਮਾਨਾਂ ਤੇ ਅਟੈਕ ਹੋਏ ਸੀਗੇ ਅਲੀਗੜ੍ਹ ਯੂਨੀਵਰਸਿਟੀ ਵੇਲੇ ਵੀ ਔਰ ਜੰਮੂ ਕਸ਼ਮੀਰ ਵੇਲੇ ਵੀ, ਉਦੋਂ ਵੀ ਜਥੇਦਾਰ ਸਾਹਿਬ ਨੇ ਉਹਨਾਂ ਦੇ ਹੱਕ ਵਿੱਚ ਹੀ ਬਿਆਨ ਦਿੱਤੇ ਸੀਗੇ। ਸਮਝਦਾ ਇਹ ਹੈ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਨਾ ਜੀ ਡਾਕਟਰ ਸਾਹਿਬ, ਕਾਲੀਆਂ ਭੇਡਾਂ ਤੇ ਤੁਸੀਂ ਇੰਟਰਪ੍ਰੀਟੇਸ਼ਨ ਕੀਤੀ ਹੈ SGPC ਤੇ ਜਿਹੜੇ 267 ਸਰੂਪ ਗੁੰਮ ਹੋਏ ਨੇ, ਪਰ ਜਿਸ ਤਰ੍ਹਾਂ ਦੀ ਉਹਨਾਂ ਦੀ ਸਟੇਟਮੈਂਟ ਹੈ ਉਹਦੇ ਇਸ਼ਾਰੇ ਕਿਤੇ ਹੋਰ ਵੀ ਜਾ ਸਕਦੇ ਨੇ। ਉਹਨਾਂ ਨੇ ਕਿਹਾ ਕਿ ਅੰਦਰ ਤੇ ਬਾਹਰ ਬੈਠੀਆਂ, ਬਾਹਰ ਬਿੱਲ ਉਹਨੂੰ ਕਿਹਨੂੰ ਕਹਿ ਰਹੇ ਨੇ, ਉਹ ਕਿਸ ਪਾਸੇ ਜਾ ਰਿਹਾ ਹੈ। ਜਿਹੜੀ ਗੱਲ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਕਿਹਾ ਕਿ ਦੋ ਤਰ੍ਹਾਂ ਕਰੋਗੇ, ਜਿਹੜੀ ਅੰਦਰ ਵਾਲਿਆਂ ਦੀ ਗੱਲ ਇਹ ਹੈ ਕਿ ਉੱਥੋਂ ਦੇ ਜਿਹੜੇ ਸਰੂਪ ਗੁੰਮ ਹੋਏ ਹੈ ਉਹਦੇ ਵਿੱਚ SGPC ਦੇ ਕੁਝ ਮੈਂਬਰ ਸ਼ਾਮਲ ਹੋ ਸਕਦੇ ਹੈ ਜਿਨ੍ਹਾਂ ਦੇ ਦਸਤਖਤਾਂ ਥੱਲੇ ਬਿੱਲ ਪਾਸ ਹੁੰਦੇ ਹੈ। ਔਰ ਜਿਹੜੇ ਉੱਥੋਂ ਦੀ ਗਰੇਵਾਲ ਸਾਹਿਬ ਬੈਠੇ ਜ਼ਿਆਦਾ ਬੈਟਰ ਕਹਿ ਦੱਸ ਸਕਣਗੇ। ਔਰ ਉੱਥੋਂ ਦਾ ਜਿਹੜਾ ਅਮਲਾ ਫੈਲਾ ਹੈ, ਜਿਹੜਾ ਉੱਥੋਂ ਇਸ ਤਰ੍ਹਾਂ ਦੀ ਹੇਰਾਫੇਰੀ ਹੋਈ ਹੈ ਪੈਸੇ ਦੀ, ਉਹ ਅੰਦਰਲੇ ਹਨ, ਉਹਨਾਂ ਨੂੰ ਕਾਲੀਆਂ ਭੇਡਾਂ ਉਹ ਕਹਿ ਰਹੇ ਮੇਰੀ ਸਮਝ ਮੁਤਾਬਕ। ਜੀ ਹੋ ਸਕਦਾ ਸਾਰੀ ਗੱਲ ਨੂੰ ਆਪਾਂ ਜਿਹੜੇ ਗਰੇਵਾਲ ਸਾਹਿਬ ਨੇ ਕੀ ਦੱਸਣਾ ਹੈ ਔਰ ਹੋਰ ਕੀ ਇੰਟਰਪ੍ਰੀਟੇਸ਼ਨ ਹੈ। ਡਾਕਟਰ ਕੇਰ ਸਿੰਘ ਨੇ ਤਾਂ ਕਹਿਤਾ ਕਿ ਅਕਾਲੀਆਂ ਨੂੰ ਉਹ ਜੇ ਇੰਡੀਪੈਂਡੈਂਟ ਗੱਲ ਕਰਦੇ ਨੇ ਸ਼ਾਇਦ ਉਹਦੀ ਇੰਟਰਪ੍ਰੀਟੇਸ਼ਨ ਸ਼੍ਰੋਮਣੀ ਅਕਾਲੀ ਦਲ ਨੂੰ ਥੋੜਾ ਬਹੁਤਾ ਕਿਸੇ ਪਾਸਿਓਂ ਫਾਇਦਾ ਦੇਵੇ, ਪਰ ਜੇ ਅਕਾਲੀ ਦਲ ਆਪਦੀ ਸਥਿਤੀ ਸਪਸ਼ਟ ਨਹੀਂ ਕਰਦਾ ਤਾਂ ਕੀ ਬਣੇਗਾ। ਬਹੁਤ ਸਾਰੇ ਹੋਰ ਸਵਾਲ ਨੇ ਜਿਹੜੇ ਆਪਾਂ ਕਰ ਰਹੇ ਨੇ। ਬਸ ਇੱਕ ਬ੍ਰੇਕ ਲੈ ਲਈਏ ਛੋਟਾ ਜਿਹਾ, ਉਦੋਂ ਬਾਅਦ ਆਪਾਂ ਗੱਲ ਕਰਾਂਗੇ। ਬ੍ਰੇਕ ਦੇ ਜਾਣ ਤੋਂ ਪਹਿਲਾਂ ਮੈਂ ਫਿਰ ਤੁਹਾਨੂੰ ਇੱਕ ਵਾਰੀ ਯਾਦ ਕਰਾ ਦਾਂ ਕਿ ਭਾਰਤ ਵਾਲੇ ਸਾਡੇ ਦਰਸ਼ਕ ਫੇਸਬੁੱਕ ਔਰ YouTube ਲਾਈਵ ਤੇ ਆ ਜਾਣ ਔਰ ਨਾਰਥ ਅਮਰੀਕਾ ਦੇ ਦਰਸ਼ਕ ਇਸ ਤਰ੍ਹਾਂ ਬਣੇ ਰਹਿਣ। ਔਰ ਮਿਲਦੇ हैं बस छोटे ਜਿਹੇ ब्रेक तो बाद। घोड़े जब देखो खड़े खड़े सोता रहता है। ब्रेक तो बाद थोड़ा फिर स्वागत। सरदार गुरदीप सिंह जी, ਇਹ ਜਿਹੜਾ ਡਾਕਟਰ ਕੇ ਸੰਗਰਾਂ ਨੂੰ ਵੀ ਤੁਸੀਂ ਸੁਣਿਆ, ਉਹਨਾਂ ਨੇ ਜਿਸ ਤਰੀਕੇ ਨਾਲ ਕਿਹਾ ਵੀ ਆਪਦਾ ਜਿਹੜਾ ਇੰਟਰਪ੍ਰੀਟੇਸ਼ਨ ਹੋ ਰਹੀ ਹੈ, ਤੁਸੀਂ ਕਿਹਾ ਸੁਤੰਤਰ ਤੌਰ ਤੇ ਉਹਨਾਂ ਨੇ ਗੱਲ ਕੀਤੀ ਹੈ, ਲੇਕਿਨ ਜਿਹੜੇ ਮੰਨ ਲੈਂਦੇ ਆਪਾਂ ਤੁਹਾਡੀ ਗੱਲ ਬਣ ਕੇ ਚੱਲਦੇ ਆ ਕਿ ਸੁਤੰਤਰ ਤੌਰ ਤੇ ਉਹਨਾਂ ਨੇ ਆਪਦੀ ਇੱਕ ਸਟੇਟਮੈਂਟ ਦਿੱਤੀ, ਇਹਦਾ ਜਿਹੜਾ ਪ੍ਰਭਾਵ ਸਿਆਸੀ ਤੌਰ ਤੇ ਨੁਕਸਾਨ ਕਿਹਨੂੰ ਹੋਏਗਾ? ਵਾਲਗਿਆ ਸਾਹਿਬ, ਮੈਂ ਦੋ ਬੇਨਤੀਆਂ ਬੜੀ ਸੰਖੇਪ ਵਿੱਚ ਕਰਨੀਆਂ ਚਾਹੁੰਦਾ। ਪਹਿਲਾਂ ਵੈਸਾ ਬੜੇ ਤਹਿਜੀਬ ਨਾਲ ਬੋਲਣ ਵਾਲੇ ਮੈਂ ਸੁਣਦਾ ਰਹਿਣਾ ਤੁਹਾਡੇ ਰਾਹੀਂ ਇਹਨਾਂ ਨੂੰ ਜੀ। ਆਗੂ ਜਿਹੜਾ ਇਹਨਾਂ ਨੇ ਦਲਿਤਾਂ ਦੇ ਬਾਰੇ ਕਿਹਾ, ਸਦੀਆਂ ਦੀ ਗੁਲਾਮੀ ਤੋਂ ਦਲਿਤ ਦੇ ਵਿੱਚ ਜਿਹੜੀ ਭਾਵਨਾ ਭਰੀ ਹੈ ਉਹ ਕੁਦਰਤੀ ਤੌਰ ਤੇ ਬਹੁਤ ਛੇਤੀ ਖਤਮ ਹੋਣ ਵਾਲੀ ਨਹੀਂ, ਤੇ ਸਰਕਾਰਾਂ ਵੀ ਉਹਨੂੰ ਦਬਾ ਕੇ ਰੱਖਣਾ ਚਾਹੁੰਦੀਆਂ। ਦੂਸਰੀ ਬੇਨਤੀ ਮੈਂ ਇਹ ਕਰਨੀ ਚਾਹੁੰਦਾ ਕਿ ਜਿਹੜੀ ਵਰਤਮਾਨ ਹਾਲਾਤ ਦੇ ਵਿੱਚ ਜਿਹੜੇ ਹਾਲਾਤ ਦਲਿਤਾਂ ਦੇ ਬਾਰੇ ਜਾਂ ਘੱਟ ਗਿਣਤੀਆਂ ਦੇ ਬਾਰੇ 'ਚ ਨਹੀਂ ਰੱਖੀ ਗਈ, ਉਹ ਜਦੋਂ ਮਹਾਤਮਾ ਗਾਂਧੀ ਨੇ ਪੂਨਾ ਪੈਕਟ ਦੇ ਵਿਰੁੱਧ, ਡਾਕਟਰ ਅੰਬੇਦਕਰ ਦੇ ਵਿਰੁੱਧ ਆਪਣਾ ਮਰਨ ਵਰਤ ਰੱਖਿਆ ਤੇ ਸਾਰੇ ਦੇਸ਼ 'ਚ ਬਹੁ ਗਿਣਤੀ ਦੀਆਂ ਭਾਵਨਾਵਾਂ ਭੜਕਾਈਆਂ, ਪੂਨਾ ਪੈਕਟ ਨੂੰ ਰੱਦ ਕਰਨਾ ਹੀ ਦਲਿਤਾਂ ਦੇ ਘੱਟ ਗਿਣਤੀਆਂ ਦੀ ਬੇਇਨਸਾਫੀ ਦੀ ਵਰਤਮਾਨ ਭਾਰਤ ਦੇ ਵਿੱਚ ਕਿੰਨੀ ਰੱਖੀ। ਦੂਜੀ ਮੈਂ ਬੇਨਤੀ ਕਰਾਂ, ਵਾਇਸ ਸਾਹਿਬ ਤੁਸੀਂ ਬਹੁਤ ਸਿਆਣੇ ਹੋ, 1947 ਦੇ ਵਿੱਚ ਜਿਹੜੀ ਦੇਸ਼ ਦੀ ਵੰਡ ਆ ਉਹਦੇ ਲਈ ਮਹਾਤਮਾ ਗਾਂਧੀ ਤੇ ਜਵਾਹਰ ਲਾਲ ਨਹਿਰੂ ਜ਼ਿੰਮੇਵਾਰ, ਜਿਹੜੀ ਆਪਾਂ ਕਹਿੰਦੇ ਵੀ ਘੱਟ ਗਿਣਤੀਆਂ ਦੇ ਕਤਲੇਆਮ
10 ਲੱਖ ਬੰਦਾ ਸ਼ਹੀਦ ਸਾਡਾ ਹੋਇਆ, ਕਤਲ ਹੋਇਆ, ਉਹਨੂੰ ਜੋ ਮਰਜ਼ੀ ਕਹੋ, ਸਾਡੀਆਂ ਜਾਇਦਾਦਾਂ ਗਈਆਂ। ਜਿਹੜੇ ਦੇਸ਼ ਦੀ ਨੀਂਹ 10 ਲੱਖ ਲੋਕਾਂ ਦੇ ਕਤਲੇਆਮ ਦੇ ਉੱਤੇ ਰੱਖੀ ਗਈ ਹੋਵੇ, ਉਸ ਦੇਸ਼ ਦੇ ਵਿੱਚ ਇਨਸਾਫ ਵਾਲੀ ਗੱਲ ਜਾਂ ਉੱਥੇ ਸ਼ਾਂਤੀ ਰਹਿਣੀ, ਕੁਦਰਤ ਦਾ ਵੀ ਕੋਈ ਆਪਣਾ ਅਸੂਲ ਹੁੰਦਾ ਹੈ। ਤੇ ਦੇਸ਼ ਦੇ ਹੁਕਮਰਾਨਾਂ ਨੇ ਇੱਕ ਲਫ਼ਜ਼ ਵੀ ਉਸ ਨੂੰ ਕਿਸੇ ਇਤਿਹਾਸਕ ਤੌਰ ਤੇ ਇੱਕ ਸਰਸਰੀ ਜੀ ਘਟਨਾ, ਜਿਵੇਂ ਕੋਈ ਇੱਕ ਕਤਲ ਐਕਸੀਡੈਂਟ ਹੋ ਜਾਂਦਾ ਹੈ, ਉਸ ਤਰ੍ਹਾਂ ਇਤਿਹਾਸ 'ਚ ਰੱਖ ਕੇ ਖਤਮ ਕਰ। ਤੀਜੀ ਗੱਲ ਜਿਹੜੀ ਗਰੇਵਾਲ ਸਾਹਿਬ ਤੇ ਸਿੰਘ ਸਾਹਿਬ ਨੇ ਕਹੀ ਹੈ, ਮੈਂ ਉਹਦੇ 'ਚ ਬਹੁਤ ਸੰਖੇਪ ਲਫ਼ਜ਼ਾਂ 'ਚ ਆਪਣੀ ਰਾਏ ਰੱਖਣੀ ਚਾਹੁੰਦਾ। ਮੈਂ ਬੇਨਤੀ ਕਰਾਂ ਕਿ ਜਿਹੜਾ ਜਥੇਦਾਰ ਜੀ ਨੇ ਕਿਹਾ ਹੈ ਕਿ ਕਾਲੀਆਂ ਭੇਡਾਂ, ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਭੇਡਾਂ ਕਾਲੀਆਂ ਹੀ ਜ਼ਿਆਦਾ ਰਹਿ ਗਈਆਂ, ਸੰਸਥਾਵਾਂ 'ਚ ਚਿੱਟੀਆਂ ਘੱਟ। ਗਰੇਵਾਲ ਸਾਹਿਬ ਨੂੰ ਮੈਂ ਨਿੱਜੀ ਤੌਰ ਤੇ ਜਾਣਦਾ, ਇਕੱਠੇ ਅਸੀਂ ਸੰਘਰਸ਼ ਕੀਤਾ ਹੈ। ਇਹੋ ਜਿਹੇ ਥੋੜ੍ਹੇ ਵਿਅਕਤੀ ਹੈ ਜਿਹੜੇ ਇਸ ਗੱਲ ਤੋਂ ਬਚੇ ਹੈ। ਨਹੀਂ, ਪਿਛਲੇ ਦਿਨਾਂ ਦੀ ਇੱਕ ਵੱਡੀ ਖਬਰ ਹੈ ਕਿ ਅਨੰਦਪੁਰ ਸਾਹਿਬ ਜਦੋਂ ਕਰੋਨਾ ਦੇ ਵਿੱਚ ਲੰਗਰ ਚੱਲ ਨਹੀਂ ਰਿਹਾ ਸੀ, ਉਸ ਸਮੇਂ ਵੀ ਬਿੱਲ ਉਨੇ ਹੀ ਪਾਸ ਹੁੰਦੇ ਰਹੇ ਤੇ ਜਿਹੜੀਆਂ ਦਾਲਾਂ ਦੇ ਝਗੜੇ, ਸ਼੍ਰੋਮਣੀ ਕਮੇਟੀ ਦੀਆਂ ਚੋਣ ਆਪਣੇ ਗੁਰੂ ਰਾਮਦਾਸ ਲੰਗਰ ਦੇ ਵਿੱਚ ਸਬਜ਼ੀਆਂ ਦੇ, ਘਿਓ ਦੇ, ਉਹ ਸਾਡੇ ਸਾਹਮਣੇ। ਤੀਜੀ ਮੈਂ ਬੇਨਤੀ ਵਿਤਕਰੇ ਦੀ ਇੱਕ ਗੱਲ ਕਰਾਂ। ਇੱਕ ਦਰਬਾਰ ਸਾਹਿਬ ਤੇ ਹਮਲਾ ਜਿਹੜਾ ਸਾਡਾ, ਉਹ ਬੜਾ ਵੱਡਾ ਵਿਤਕਰਾ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਜਦੋਂ ਸਿੱਟ ਨੇ ਪਹਿਲਾਂ, ਇਸ ਤੋਂ ਹੀ ਪਹਿਲਾਂ ਉਹਨਾਂ ਨੇ ਕੇਸ ਕੱਟਿਆ, ਉਹਨਾਂ ਸਾਰੇ ਡੇਰੇ ਵਾਲਿਆਂ ਨੂੰ, ਉੱਥੇ ਜਿਹੜਾ ਬਿੱਟੂ ਮਾਰਿਆ ਗਿਆ, ਤੇ ਸ਼ੇਆਂ ਨੇ ਅਦਾਲਤ ਦੇ ਵਿੱਚ ਜਾ ਕੇ ਬਿਆਨ ਦਿੱਤੇ ਵੀ ਅਸੀਂ ਕੀਤਾ, ਸਾਡੇ ਖਾਤਿਆਂ 'ਚ 2 ਕਰੋੜ ਰੁਪਈਆ ਆਇਆ ਹੈ। ਬੈਂਕ ਖਾਤਿਆਂ ਦੀ ਲਿਸਟ ਵੀ ਦਿੱਤੀ ਗਈ, ਸਬਸੇ ਤੋਂ ਪੈਸੇ ਆਏ। ਤੇ CBI ਦੀ ਇੱਕ ਬੀਬੀ, ਮੇਰੇ ਨਾਂ ਨਹੀਂ ਉਹਦਾ ਯਾਦ, ਉਹ ਮੋਗੇ ਆਈ, ਉਹਨੇ ਬਿਆਨ ਦਿੱਤਾ ਕਿ ਜੋ ਪੰਜਾਬ ਦੀ ਸਿੱਟ ਨੇ, ਪੰਜਾਬ ਪੁਲਿਸ ਦੀ ਸਿੱਟ ਨੇ ਇਹ ਕੀਤਾ ਹੈ ਜਾਂਚ, ਉਹ ਬਿਲਕੁਲ ਸਹੀ ਹੈ। ਤੇ ਉਹਨੇ ਦਸਤਖਤ ਕਰਕੇ ਦਿੱਤੇ, CBI ਦੀ DIG। ਉਸ ਤੋਂ ਬਾਅਦ ਰਾਤੋਂ ਰਾਤ ਸੁਖਨਾ BJP ਨੂੰ ਇੱਕ ਬਹੁਤ ਵੱਡਾ ਵਿਤਕਰਾ। ਮੈਂ ਸਮਝਦਾ ਵੀ ਜਿਵੇਂ ਅਕਾਲ ਤਖ਼ਤ ਸਾਹਿਬ ਤੇ ਹਮਲਾ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਾਤਲਾਂ ਨੂੰ ਨੰਗੀ ਚਿੱਟੀ ਗੁੰਡਾਗਰਦੀ ਦੇ ਤੌਰ ਤੇ ਬਚਾਉਣਾ, ਵੀ ਜਾਓ ਜੋ ਕੁਝ ਕਰਨਾ ਕੰਮ ਕਰ ਲਏ। ਇਹ ਖਾਲਸਾ ਪੰਥ ਦੇ ਵਿਰੁੱਧ ਜੰਗ ਦਾ ਐਲਾਨ ਹੈ। ਤੇ ਇਹਦੋਂ ਵੱਡੇ ਵਿਤਕਰੇ ਕੀ ਹੋ ਸਕਦੇ ਆ? ਦਾਲ ਵੀ ਕਾਲੀ ਹੈ, ਵਿਤਕਰੇ ਵੀ ਸਾਡੇ ਸਾਰਿਆਂ ਦੇ ਸਾਹਮਣੇ ਹੈ। ਤੇ ਮੈਂ ਫਿਰ ਜਿਹੜੀ ਤੁਸੀਂ ਕਿਹਾ, ਮੇਰੀ ਆਖਰੀ ਰਾਏ ਇੱਧਰ ਆਉਣਾ ਹੈ ਕਿ ਬਿਆਨ ਜਥੇਦਾਰ ਜੀ ਦਾ ਸੁਤੰਤਰ ਹੈ। ਧੰਨਵਾਦ ਜੀ ਸ਼ੁਕਰੀਆ। ਬੈਦ ਸਾਹਿਬ, ਹੁਣ ਮੈਂ ਤੁਹਾਡੇ ਕੋਲ ਆਉਣਾ। ਉਦੋਂ ਵੀ ਤੁਸੀਂ ਕੋਈ ਗੱਲ ਕਰਨੀ ਚਾਹੁੰਦੇ ਸੀ, ਤੇ ਹੁਣ ਤੁਸੀਂ ਡਾਕਟਰ ਕੇਤ ਸਿੰਘ ਨੂੰ ਸੁਣਿਆ, ਉਹਨਾਂ ਨੇ ਤੁਹਾਨੂੰ ਜਾਂ ਜੋ ਗੁਰਦੀਪ ਸਿੰਘ ਨੇ ਜਿਹੜੀ ਪੂਨਾ ਪੈਕਟ ਦੀ ਗੱਲ ਕੀਤੀ ਹੈ, ਮੇਰੇ ਯਾਦ ਨਹੀਂ ਸੀ, ਸੱਚੀ ਗੱਲ ਹੈ। ਗੱਲ ਉੱਥੇ ਸ਼ੁਰੂ ਹੋਣੀ ਉੱਥੇ ਚਾਹੀਦੀ ਹੈ ਕਿ ਹਾਲਾਤ ਉੱਥੇ ਗੱਲ ਸਮਝ ਹੋਣੀ ਉਦੋਂ ਸ਼ੁਰੂ ਹੋ ਗਈ ਸੀ ਵੀ ਇੱਥੇ ਕੀ ਹੋਣਾ। ਲੇਕਿਨ ਆਹ ਜਿਹੜੀ ਗੱਲ ਹੁਣ ਸਰਦਾਰ ਗੁਰਦੀਪ ਸਿੰਘ ਨੇ ਇੱਧਰ CBI ਦੀ ਜਾਂਚ ਤੇ ਜਿਹੜੀ ਗੱਲ ਕੀਤੀ ਹੈ ਕਿ ਬੇਅਦਬੀ ਦੀ ਜਾਂਚ ਦੇ ਵਿੱਚ ਜਿਹੜੀ ਦੁਬਾਰਾ ਟੰਗ ਅੜਾਈ ਹੈ, ਇਹ ਵੀ ਤਾਂ ਇੱਕ ਵਿਤਕਰਾ ਹੈ। ਬਹੁਤ ਸਾਰੀਆਂ ਗੱਲਾਂ ਅੱਗੇ ਆਉਣਗੀਆਂ, ਲੇਕਿਨ ਜਿਹੜੀ ਗੱਲ ਮੈਂ ਇਹ ਕਹਿਣੀ ਇਹ ਚਾਹੁੰਦਾ ਕਿ ਜਿਹੜੀ ਇਹ ਜਦੋਂ ਬੋਲਦੇ ਨੇ ਸਿੱਖ ਹੀ ਬੋਲ ਰਹੇ ਨੇ ਕਿ ਗੈਰ ਜਿਹੜੇ ਹਿੰਦੂ ਨੇ, ਜਾਂ ਸਮਝੋ ਘੱਟ ਗਿਣਤੀਆਂ ਤੇ ਅਟੈਕ ਹੋ ਰਿਹਾ, ਬਾਕੀ ਕਿਉਂ ਚੁੱਪ ਬੈਠੇ ਨੇ ਤੁਹਾਡੇ ਖਿਆਲ 'ਚ? ਬਾਕੀ ਤਾਂ ਬੋਲਣਾ ਚਾਹੀਦਾ, ਜਾਂ ਕਿਸੇ ਇਕੱਲੇ ਜਿਹੜਾ ਸਿੱਖਾਂ ਦੇ ਹਿੱਸੇ ਆਈ ਹੈ ਇਹ ਗੱਲ? ਵਾਲੀਆ ਸਾਹਿਬ, ਜਿਹੜੀ ਡਾਕਟਰ ਸਾਹਿਬ ਨੇ ਗੱਲ ਕਹੀ ਹੈ ਬੜੀ ਪਤੇ ਦੀ ਗੱਲ, ਪਰ ਮੈਂ ਥੋੜਾ ਜਿਹਾ ਇਹਨਾਂ ਦੇ ਨਾਲ ਰੱਖਣਾ ਜੀ। ਇਸ ਜਿਹੜੀ ਸਟੇਟਮੈਂਟ ਸਾਡੇ ਜਥੇਦਾਰ ਸਾਹਿਬ ਨੇ ਦਿੱਤੀ, ਇਹਨੂੰ ਬਿਲਕੁਲ ਪੋਲਿਟੀਸਾਈਜ਼ ਕੀਤਾ ਕਿ ਚੱਲ ਨੂੰ ਇਸ ਤਰ੍ਹਾਂ ਬੈਨੀਫਿਟ ਹੋ ਸਕਦਾ, ਕਾਂਗਰਸ ਦਾ ਇਸ ਤਰ੍ਹਾਂ ਦਾ। ਬਾਕੀ ਮੇਰੀ ਇਹਦੇ ਨਾਲ ਮਿਲਦੀ ਹੈ ਵਿਚਾਰਧਾਰਾ, ਬਟ ਥੋੜਾ ਜਿਹਾ ਮੈਂ ਫਰਕ ਸਮਝਦਾ। ਪਹਿਲੀ ਵਾਰ ਕਿ ਸਾਡੇ ਆਨਰੇਬਲ ਜਥੇਦਾਰ ਨੇ ਸਹੀ ਗੱਲ ਕੀ, ਚਾਹੀਦੀ ਗੱਲ ਕੀਤੀ ਹੈ, ਉਹ ਇਹ ਹੈ ਕਿ ਇਹਨਾਂ ਨੇ ਜਿਹੜੇ ਪਿੱਛੇ ਵੀ ਕੰਟਰੋਵਰਸੀ, ਤੁਸੀਂ ਖਾਲਿਸਤਾਨ ਦਾ ਜ਼ਿਕਰ ਕੀਤਾ ਸੀਗਾ, ਚਲੋ ਕੁਝ ਸਾਡੇ ਪ੍ਰੈਸ ਵਾਲਿਆਂ ਨੇ ਗਿਆਨੀ ਜੀ ਦਾ ਜਿਹੜਾ ਉਹ ਸਟੇਟਮੈਂਟ ਸੀ ਉਹਨੂੰ ਥੋੜਾ ਤਰੋੜ ਮਰੋੜ ਕੇ ਦਿੱਤਾ, ਪਰ ਇਦਾਂ ਦਾ ਕੋਈ ਮਸਲਾ ਨਹੀਂ ਸੀ। ਜਿਹੜਾ ਉਹਨਾਂ ਨੇ ਮੁੱਦਾ ਉਠਾਇਆ, ਇੰਪੋਰਟੈਂਟ ਮੁੱਦਾ, ਦਲਿਤਾਂ ਦਾ ਮੁੱਦਾ ਉਠਾਇਆ। ਇੱਥੇ ਗਰੇਵਾਲ ਜਿੰਨੇ ਵੀ ਇੱਥੇ ਪੈਨਲਿਸਟ ਨੇ, ਆਨਰੇਬਲ ਨੇ, ਡਾਕਟਰ ਕੇਤ ਸਿੰਘ ਹੋਰਾਂ ਨੂੰ ਮੈਂ ਪਰਸਨਲੀ, ਸਰਦਾਰ ਗੁਰਦੀਪ ਸਿੰਘ ਹੋਰਾਂ ਨੂੰ, ਗਰੇਵਾਲ ਸਾਹਿਬ ਤੇ ਅਸੀਂ ਇਕੱਠੇ ਹੋ ਕਹਿੰਦੇ ਹਾਂ, ਸ਼ਖਸੀਅਤ ਨੂੰ ਟੈਲੀਵਿਜ਼ਨ ਦੇ ਉੱਤੇ ਦਾ ਦੇਣਾ ਬੜਾ ਅਮਨ ਇੰਫੋਰਮੇਸ਼ਨ। ਚਲੋ ਕਾਂਗਰਸ ਪਾਰਟੀ ਦਾ ਤੇ ਇਹ ਸ਼੍ਰੋਮਣੀ ਅਕਾਲੀ ਦਲ ਥੋੜੀ ਜੀ ਗਿਲਾ ਆ ਇਹਨਾਂ ਤੇ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਪੋਲੀਟੀਕਲ ਐਂਡਸ ਵਾਸਤੇ ਕਿਉਂ ਨਹੀਂ ਖੁੱਲ ਕੇ ਆਉਂਦਾ ਇਹਨਾਂ ਮੁੱਦਿਆਂ ਦੇ ਉੱਤੇ। ਜਦੋਂ ਗਿਆਨੀ ਜੀ ਨੇ ਪਹਿਲਾਂ ਸਟੇਟਮੈਂਟ ਦਿੱਤੀ, ਸ਼੍ਰੋਮਣੀ ਅਕਾਲੀ ਦਲ ਦਾ ਕੋਈ ਰਿਐਕਸ਼ਨ ਨਹੀਂ ਆਇਆ, ਕੋਈ ਰਿਐਕਸ਼ਨ ਨਹੀਂ ਸੀ।
ਆ ਜਿਹੜੀ ਹੁਣ ਗਿਆਨੀ ਜੀ ਨੇ ਬਹੁਤ ਮੈਂ ਤੁਹਾਡੇ 2 ਮਿੰਟ ਮੈਂ ਅੱਜ ਕਰੂੰਗਾ, ਪਹਿਲਾਂ ਮੈਂ ਪੰਜਾਬ ਦੀ ਗੱਲ ਕਰੂੰਗਾ। ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੂਜੀ ਧਿਰ ਹੈ, ਦੋ ਪਾਰਟੀਆਂ ਨੇ, ਠੀਕ, ਆਮ ਆਦਮੀ ਪਾਰਟੀ ਦੇ ਕੁਝ ਸਾਡੇ ਪਿਛਲੀ ਵਾਰੀ ਕੁਝ ਮੈਂਬਰ ਜਿੱਤੇ, ਪੋਲੀਟੀਕਲ ਪਾਰਟੀ ਹੈ, ਕੋਈ ਇਸ਼ੂ ਨਹੀਂ। ਤੁਸੀਂ ਦੇਖੋ ਕਿ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਾਹਿਬ, ਉਸ ਤੋਂ ਬਾਅਦ ਜੋ ਸਿੱਖਿਆਵਾਂ, ਜੋ ਗੁਰਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਹੁਣ ਮੈਂ ਪਤੇ ਦੀ ਗੱਲ, ਸਵਾਲ ਹੈ ਇਹ, ਠੀਕ ਹੈ, ਡਾਕਟਰ ਭੀਮ ਰਾਓ ਅੰਬੇਦਕਰ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਹਿੰਦੂ ਦੇ ਵਿੱਚ, ਦਲਿਤ ਭਾਈਚਾਰਾ, ਲੇਕਿਨ ਅਸੀਂ ਸਾਰੇ ਅੱਜ ਕਾਸਟਿਜ਼ਮ ਖਤਮ ਕਰ ਪਾਏ ਹਾਂ? ਸਾਹਿਬ ਨੇ ਤਾਂ ਸਾਰਿਆਂ ਨੂੰ ਇੱਕੋ ਆਜੂ ਤੇ ਤੋਲਿਆ ਸੀ। ਕੀ ਅਸੀਂ ਅੱਜ ਵੀ ਕਾਸਟਿਜ਼ਮ ਤੋਂ ਬਾਹਰ ਆ ਸਕੇ ਹਾਂ? ਅਨਟੱਚੇਬਿਲਟੀ ਪੰਜਾਬ 'ਚ ਜ਼ਰੂਰ ਖਤਮ ਹੋਈ ਹੈ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈ। ਸਾਊਥ ਇੰਡੀਆ ਦੇ ਵਿੱਚ ਹਾਲੇ ਵੀ ਬੜੀਆਂ ਥਾਵਾਂ ਦੇ ਉੱਤੇ ਅਨਟੱਚ, ਕੀ ਹਰ ਪਿੰਡ ਦੇ ਇਹ ਦਾ ਗੁਰਦੁਆਰਾ ਹੈ, ਵਦਾਸੀਆਂ ਦਾ ਗੁਰਦੁਆਰਾ, ਇਹ ਜੱਟਾਂ ਦਾ ਗੁਰਦੁਆਰਾ, ਇਹ ਫਲਾਨਿਆਂ ਦਾ ਗੁਰਦੁਆਰਾ ਹੈ। ਛੋਟਾ ਜਿਹਾ ਪੰਜਾਬ ਰਹਿ ਗਿਆ, ਛੋਟੀ ਜੀ ਪੰਜਾਬੀ ਰਹਿ ਗਈ ਤੇ ਛੋਟੀ ਜੀ ਸਿੱਖੀ ਰਹਿ ਗਈ। ਕੌਣ ਹੈ? ਤੁਹਾਨੂੰ ਸਭ ਨੂੰ ਹਿਸਟਰੀ 'ਚ ਜਾਣਦੀ, ਸਾਰੀ ਦੁਨੀਆ ਨੂੰ ਹਿਸਟਰੀ ਦਾ ਪਤਾ। ਇਹਨਾਂ ਚੀਜ਼ਾਂ ਦਾ ਕੌਣ ਜ਼ਿੰਮੇਵਾਰ? ਮੈਂ ਕਿ ਨਾਰੰਗਵਾਲ ਪਿੰਡ ਦੀ ਤੁਹਾਨੂੰ ਇੱਕ ਛੋਟੀ ਜੀ ਘਟਨਾ ਦੱਸ ਦੇਣਾ ਇਨ ਬਰੀਫ। ਉੱਥੇ ਦਲਿਤ ਦੇ ਇੱਕ ਮੁੰਡੇ ਦੇ ਆਨੰਦ ਕਾਰਜ ਨਹੀਂ ਹੋਣ ਦਿੱਤੇ ਸਾਡੇ ਜ਼ਿਮੀਂਦਾਰਾਂ ਦੇ ਗੁਰਦੁਆਰੇ 'ਚ। ਇਹ ਕਿਹੋ ਜੀ ਮਾਨਸਿਕਤਾ ਹੈ? ਅਸੀਂ ਸਿੱਖੀ ਦੀ ਗੱਲ ਕਰਦੇ ਹਾਂ, ਸਾਡੇ ਐਡੇ ਵੱਡੇ ਜਥੇਦਾਰ ਸਾਹਿਬ ਬੈਠੇ ਨੇ ਉੱਤੇ, ਜਾਂ ਸਾਡੀ ਜਿਹੜੀ ਸਰਵੋਤਮ ਸ਼੍ਰੋਮਣੀ ਪ੍ਰਬੰਧਕ ਕਮੇਟੀ, ਇਹ ਗੁਰਦੁਆਰੇ ਦੇਖਰੇ ਬਣਾ ਲਏ, ਫਿਰ ਅਨਟੱਚੇਬਿਲਟੀ ਖਤਮ ਹੋਈ ਹੈ। ਇਹਦੇ 'ਚ ਕੋਈ ਦੋ ਰਾਵਾਂ ਨਹੀਂ, ਇਹਦੇ 'ਚ ਕੋਈ ਦੋ ਰਾਵਾਂ। ਗਰੇਵਾਲ ਸਾਹਿਬ, ਅੱਜ ਆਪਾਂ ਕੁੜੀਆਂ ਮੁੰਡਿਆਂ ਦੇ ਵਿਆਹ ਕਰਦੇ ਹਾਂ, ਜਾਤ ਪਾਤ ਅੱਜ ਵੀ ਉਨੀ ਕੀ ਹੈ ਜਿੰਨੀ 200 ਸਾਲ ਪਹਿਲਾਂ ਸੀ। ਸਿਰਫ ਪੜ੍ਹਨ ਲਿਖਣ ਦੀ, ਇੱਕ ਪੜ੍ਹਾਈ ਲਿਖਾਈ ਦਾ ਇੱਕ ਫੈਕਟ, ਕਿ ਕਿਤੇ ਨਾ ਕਿਤੇ 0.1% ਆਪਾਂ ਕੁੜੀ ਮੁੰਡਿਆਂ ਦੇ ਵਿਆਹ ਕਰਦੇ ਹਾਂ, ਉੱਥੇ ਜਾਤ ਪਾਤ ਜਿਹੜਾ ਕੰਮ ਹੈਗਾ, ਇਹ ਕੌਣ ਨੇ ਜਿੱਤੂਗਾ? ਫੋਰਗੇਟ ਅਬਾਊਟ ਪੋਲਿਟਿਕਸ। ਮੈਂ ਕੱਲੀ ਸਿੱਖੀ ਦੀ ਇੰਨਾ ਖੂਬਸੂਰਤ ਰੈਲੀ ਕੱਲ ਵੀ ਕਿਹਾ ਸੀ, ਖੂਬਸੂਰਤ ਰੈਲੀ ਸ਼੍ਰੀ ਗੁਰੂ ਨਾਨਕ ਸ਼ਾਹ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ, ਹਿਸਟਰੀ ਪੜ੍ਹੋ। ਮੈਂ ਖਾਲਸਾ ਨੈਸ਼ਨਲ ਸਕੂਲ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਦਾ ਸਟੂਡੈਂਟ ਹਾਂ, ਮੈਨੂੰ ਮਾਣ ਹੈ, ਹਿਸਟਰੀ ਦਾ ਪਤਾ, ਸਾਨੂੰ ਪੜ੍ਹਾਈ ਜਾਂਦੀ। ਅੱਜ ਉਹ ਚੀਜ਼ਾਂ ਹੈ ਨਹੀਂ। ਕੌਣ ਜ਼ਿੰਮੇਵਾਰ ਹੈ? ਸਾਡੇ ਮੁੰਡੇ ਸਾਰੇ ਕੇਸ ਕੱਟੀ ਜਾਂਦੇ ਨੇ, ਦਾੜੀਆਂ ਕੱਟੀ ਜਾਂਦੇ, ਕੁਛ ਹੋ ਜਾਂਦਾ, ਕੌਣ ਜ਼ਿੰਮੇਵਾਰ ਹੈ ਯਾਰ? ਬੈਦ ਸਾਹਿਬ, ਜਿਹੜੇ ਤੁਸੀਂ ਡੇਰਿਆਂ ਦੀ ਜਿਹੜੀ ਡੇਰਿਆਂ ਦੀ ਗੱਲ ਕਰ ਰਹੇ ਸੀ, ਉਹਦੇ ਪਿੱਛੇ ਵੀ ਕਾਰਨ ਹੈ ਵੱਡਾ, ਜਿਹਦੀ ਤੁਸੀਂ ਗੱਲ ਉਠਾਈ ਹੈ। ਕੋਈ ਵੀ ਕਾਰਨ ਹੋ, ਮੈਂ ਤਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਸੈਲਿਊਟ, ਉਹਨਾਂ ਨੇ ਹੌਸਲਾ ਤਾਂ ਕੀਤਾ ਯਾਰ ਇਹ ਗੱਲ ਕਰਨ ਦਾ। ਮੈਂ ਤਾਂ ਇਹਨਾਂ ਤੋਂ ਟਾਈਮ ਲਾਉਂਗਾ। ਮੈਂ ਤਾਂ ਗਰੇਵਾਲ ਸਾਹਿਬ ਬੈਠੇ ਨੇ, ਸਰਦਾਰ ਗੁਰਦੀਪ ਸਿੰਘ ਹੋਰਾਂ ਨੂੰ ਮੈਂ ਜਾਣਦਾ, ਮੁੰਡੀ ਸਾਹਿਬ ਨੂੰ ਮੈਨੂੰ ਨਹੀਂ ਲੱਗਦਾ ਮੈਂ ਜ਼ਿਆਦਾ ਨਹੀਂ ਮਿਲਿਆ, ਡਾਕਟਰ ਕੇਰ ਸਿੰਘ ਨੂੰ ਤਾਂ ਮੈਂ ਬਹੁਤ, ਮੈਂ ਪਟਿਆਲੇ 12 ਸਾਲ ਨੌਕਰੀ, ਬਟ ਇਹਨਾਂ ਚੀਜ਼ਾਂ ਵੱਲ ਕੌਣ ਧਿਆਨ ਦਊਗਾ? ਸਾਡੀ ਐਸਪੀਸੀ, ਸਾਡੀ ਆਰਗੇਨਾਈਜੇਸ਼ਨ ਹੈ, ਸਾਰਾ ਕੁਝ ਹੈ। ਅਸੀਂ ਕਹਿੰਦੇ ਹਾਂ ਅਸੀਂ ਬਹੁਤ ਪਰੇ ਗਏ ਹਾਂ। ਬੈਦ ਸਾਹਿਬ, ਬਹੁਤ ਤੁਸੀਂ ਜਿਹੜੇ ਭਾਵੁਕ ਮੁੱਦੇ ਉਠਾਏ ਨੇ, ਬਹੁਤ ਜਾਇਜ਼, ਜਿਹੜੇ ਦਲੀਲ ਬਾਹਰਲੀਆਂ ਸਟੇਟਾਂ ਦੇ ਬਾਹਰ ਦੇ ਵਿੱਚ ਤਾਂ ਦਲਿਤ ਹਾਲ ਹੈ, ਉਹ ਤਾਂ ਬਹੁਤ ਹੀ ਮਾੜਾ ਹੈ। ਨਹੀਂ, ਚਲੋ ਉਹ ਇਹ ਥੋੜਾ ਜਿਹਾ ਸਿੱਖ ਕਲਚਰ ਦਾ, ਲੇਕਿਨ ਹਾਲੇ ਬਹੁਤ ਕੁਝ ਕਰਨ ਵਾਲਾ। ਬੜੀ ਵਾਰ ਗੱਲ ਉੱਠੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹਦੇ ਗਰੇਵਾਲ ਸਾਹਿਬ ਮੈਂਬਰ ਨੇ, ਕੋਈ ਮਤਲਬ ਜਦੋਂ ਆਪਾਂ ਅਹੁਦੇਦਾਰੀਆਂ ਦੀ ਗੱਲ ਕਰਾਂਗੇ ਉਦੋਂ ਦੇਖਾਂਗੇ ਕਿ ਕੋਈ ਕਦੇ ਪ੍ਰਧਾਨ ਬਣਿਆ ਜਾਂ ਕੋਈ ਉੱਚੇ ਅਹੁਦੇ ਤੇ ਗਿਆ। ਇਹਦੀਆਂ ਗੱਲਾਂ ਆਪਾਂ ਅੱਜ ਨਾ ਕਰੀਏ, ਅੱਜ ਆਪਾਂ ਆਪਣੇ ਮੁੱਦੇ ਤੇ ਰਹੀਏ। ਗਰੇਵਾਲ ਸਾਹਿਬ, ਤੁਸੀਂ, ਮੈਂ ਕਿਸੇ ਪ੍ਰਧਾਨਗੀ ਦੀ ਗੱਲ ਨਹੀਂ ਕਰਦਾ, ਮੈਂ ਤਾਂ ਸੋਸ਼ਲ ਪੰਜਾਬ ਦੇ ਵਿੱਚ ਹੈ, ਸੋਸ਼ਲ ਸਮੱਸਿਆ ਦੀ ਗੱਲ ਸੁਣ ਲਓ। ਸੋਸ਼ਲ ਸਮੱਸਿਆ ਕੋਈ ਤਾਂ ਬੰਦਾ ਜੀ, ਵੈਦ ਸਾਹਿਬ, ਸੋਸ਼ਲ ਸਮੱਸਿਆ ਇੱਕ ਵਾਰੀ ਮੈਂ ਇੱਕ ਆਰਟੀਕਲ ਲਿਖਿਆ ਸੀ, ਸਾਡੇ ਇੱਥੇ ਇਸ ਏਰੀਆ ਦੇ ਵਿੱਚ ਜਿਹੜਾ ਤੁਹਾਡਾ ਲੰਗਰ ਲੱਗਿਆ, ਉਹਦੇ ਚ ਵੀ ਪਾਰਟੀਸ਼ਨ ਕੀਤੀ ਹੋਈ ਸੀ, ਔਰ ਲਾਊਡ ਸਪੀਕਰ ਤੋਂ ਕਿਹਾ ਜਾ ਰਿਹਾ ਸੀ ਭਾਈ ਜਿਹੜਾ ਜੱਟ ਸਿੱਖ ਲੰਗਰ ਇੱਧਰ ਛਕਣਗੇ। ਇਹੋ ਜਿਹਾ ਕੁਝ ਵੀ ਚੱਲਦਾ ਲੰਗਰ ਦੇ ਵਿੱਚ, ਜਿਹੜਾ ਪੰਗਤ ਸੰਗਤ ਦੀ ਗੱਲ ਸੀ। ਇਹ ਇਸ਼ੂ ਆਪਾਂ ਸੋਸ਼ਲ ਉਠਾਵਾਂਗੇ,
ਅੱਜ ਆਪਾਂ ਜਿਹੜੀ ਗੱਲ ਤੇ ਇਕੱਠੇ ਹੋਏ ਆ मैं ਉਹ ये ਗੱਲ गल ਕਰਨੀ तां कीती है, मैं जथेदार साहब ने जेड़ा बयान दिता है ਬਿਲਕੁਲ ਇਸ ਇਸ਼ੂ ਤੇ ਵੀ ਆਪਾਂ ਗੱਲ ਕਰਾਂਗੇ। ਆਪਾਂ ਗਰੇਵਾਲ ਸਾਹਿਬ ਦੀ ਗੱਲ ਸੁਣਦੇ ਹਾਂ, ਟਾਈਮ ਦੀ ਇਹ ਬੈਦ ਸਾਹਿਬ ਟਾਈਮ ਦੀ ਉਹਨਾਂ ਨੇ ਵੀ ਗੱਲ ਕਰਨੀ ਹੈ। ਗਰੇਵਾਲ ਸਾਹਿਬ ਤੁਸੀਂ ਕੀ ਕਹੋਗੇ? ਬੈਦ ਸਾਹਿਬ ਨੂੰ ਵੀ ਸੁਣਿਆ, ਓਵਰਆਲ ਵੀ ਗੱਲ ਹੈ, ਔਰ ਗੁਰਦੀਪ ਸਿੰਘ ਹੋਰਾਂ ਨੇ ਵੀ ਬੜੇ ਜੈਨੂਨ ਪੁਆਇੰਟ ਉਠਾਏ ਨੇ। ਗੁਰਚਰਨ ਸਿੰਘ ਗਰੇਵਾਲ ਸਾਹਿਬ, मेरा ख्याल है मुंडी साहब और गरेवाल साहब दी शायद आवाज दी कोई समस्या है। अजकल तुहानू पता है कि इंटरनेट की कोई ना कोई प्रॉब्लम आती रहती है। जे तो तुसी आगे गरेवाल साहब तो गल कर लो। गरेवाल साहब नहीं, शायद उन्होंने नाल गल नहीं। डॉक्टर साहब, डॉक्टर केर सिंह जी, ये सैकंड राउंड दे विच आपां क्योंकि लास्ट राउंड है अपनी गलबात दा, ਤੇ ਡਾਕਟਰ ਕੇਤ ਸਿੰਘ ਜੀ ਤੁਸੀਂ ਫਿਰ ਸੁਣਿਆ, ਗੁਰਦੀਪ ਸਿੰਘ ਹੋਰਾਂ ਨੇ ਵੀ ਸੁਣਿਆ, ਔਰ ਬੈਦ ਸਾਹਿਬ ਬਹੁਤ ਸੋਸ਼ਲ ਅਹਿਮ ਮੁੱਦਾ ਉਠਾਇਆ ਹੈ ਬੈਦ ਸਾਹਿਬ ਨੇ, ਕੀ ਕਹੋਗੇ ਸਾਰੀ ਗੱਲ? ਵਾਲੀਆ ਸਾਹਿਬ, ਜੋ ਵੈਦ ਸਾਹਿਬ ਨੇ ਕਿਹਾ ਉਹ ਸੱਚ, ਇਸ ਸਮਾਜਿਕ ਸਾਡੇ ਸਮਾਜਿਕ ਜੀਵਨ ਦਾ ਸੱਚ ਇਹੀ ਹੈ। ਸਾਡੇ ਇਹ ਕੁਰੀਤੀਆਂ ਜਿਹੜੀਆਂ ਗੁਰੂ ਸਾਹਿਬਾਨ ਨੇ ਦੂਰ ਕਰਨ ਦੀ ਕੋਸ਼ਿਸ਼ ਕੀਤੀ ਉਹ ਅਜੇ ਦੂਰ ਨਹੀਂ ਹੋਈਆਂ ਸਾਡੇ ਸਮਾਜ ਵਿੱਚ। ਸਾਨੂੰ ਮੰਨ ਲੈਣੀਆਂ ਚਾਹੀਦੀਆਂ, ਵਾਲੀ ਗੱਲ ਨਹੀਂ ਗੀ। ਪਰ ਸਮੱਸਿਆ ਇਸ ਵੇਲੇ ਜਿਹੜੀ ਆਪਾਂ ਮੁੱਦਾ ਲਿਆ ਸੀ ਨਾ ਵਾਲੀਆ ਸਾਹਿਬ, ਉਹ ਮੁੱਦੇ ਤੇ ਜੇ ਸੀਮਤ ਰੱਖੀਏ ਪਰ ਆਪਣੀ ਕੋਈ ਨਤੀਜੇ ਦਾ ਮੁੱਦਾ ਤੇ ਨੇ ਜੋ ਕਿਹਾ ਉਹ ਉਹਨਾਂ ਨੇ ਸੁਤੰਤਰ ਰੂਪ ਚ ਜੇ ਕਿਹਾ ਤਾਂ ਉਹਦੀਆਂ ਸੰਭਾਵਨਾਵਾਂ ਕੀ ਔਰ ਇਹਦੀਆਂ ਸਿਆਸੀ ਇੰਪਲੀਕੇਸ਼ਨਸ ਕੀ ਹੋ ਸਕਦੀਆਂ ਦੀ ਗੱਲ ਹੀ ਕਰ ਰਿਹਾ ਸੀ। ਇੰਪਲੀਕੇਸ਼ਨ ਕੀ ਲੱਗਾ? ਹਾਂਜੀ, ਉਹ ਮੈਂ ਹੈਲੋ ਹਾਂਜੀ 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 ਮੇਰੇ ਖਿਆਲ ਕਰਿਆਲ ਸਾਹਿਬ ਆ ਗਏ, ਜੇ ਉਹਨਾਂ ਦੀ ਗੱਲ ਲੈਣਾ ਚਾਹੋ ਤਾਂ ਲੈ ਲਓ ਤੁਸੀਂ। ਤੇ ਮੈਂ ਗਰੇਵਾਲ ਸਾਹਿਬ, ਜੇ ਤੁਸੀਂ ਮੇਰੀ ਆਵਾਜ਼ ਸੁਣ ਰਹੇ ਹੋ ਤੁਸੀਂ ਗੱਲ ਕਰ ਸਕਦੇ ਹੋ। ਨਹੀਂ ਜੀ ਫਿਰ ਚਲੇ ਗਏ ਜੀ, ਤੁਸੀਂ ਆਪਣੀ ਗੱਲ ਕੰਟੀਨਿਊ ਰੱਖੋ। ਹਾਂਜੀ ਹਾਂਜੀ, ਸੋ ਵਾਲੀਆ ਸਾਹਿਬ ਉਹ ਇਹ ਹੈ ਕਿ ਦੇਖੋ ਜਿਹੜੀ ਉਹ ਦੇਖੋ ਹਰ ਜਥੇਦਾਰ ਦੀ ਇੱਕ ਸ਼ਖਸੀਅਤ ਹੁੰਦੀ ਹੈ ਔਰ ਇੱਕ ਸਿਆਸੀ ਹਾਲਾਤ ਵੀ ਹੁੰਦੇ ਆ। ਹੁਣ ਦੇ ਸਿਆਸੀ ਹਾਲਾਤ ਜਿਸ ਨੂੰ ਆਪਾਂ ਕਹੀਏ ਕਿ ਅਗੀ ਗੱਲ ਉਹ ਚੜ੍ਹਤ ਵਿੱਚ ਨਹੀਂ ਹੈ ਕਿ ਜਿਹੜੀ ਚੜ੍ਹਤ ਵਿੱਚ ਉਹ ਆਪਣੀ ਮਨਮਰਜ਼ੀ ਕਰ ਲਏ ਔਰ ਜਥੇਦਾਰਾਂ ਨਾਲ ਵੀ ਮਨਮਰਜ਼ੀ ਕਰ ਲਏ, ਉਹ ਹੁਣ ਨਹੀਂ ਹੈ। ਜਦੋਂ ਕਿਤੇ ਸਰਕਾਰ ਸੀ ਔਰ ਚੜ੍ਹਤ ਸੀ ਉਦੋਂ ਜਥੇਦਾਰਾਂ ਦੀ ਜਿਹੜੀ ਪੋਜੀਸ਼ਨ ਵੱਖਰੀ ਸੀਗੀ। ਇਸ ਵੇਲੇ ਸਿਆਸੀ ਹਾਲਾਤ ਔਰ ਸਿਆਸੀ ਦ੍ਰਿਸ਼ ਵੱਖਰੀ ਕਿਸਮ ਦਾ। ਸ਼੍ਰੋਮਣੀ ਕਮੇਟੀ ਦਾ ਹਾਲ ਵੀ ਉਹਨਾਂ ਕੋਲ ਹੈ ਨਾ ਜੀ। ਨਹੀਂ, ਚਾਹੇ ਹੋਵੇ ਵਾਲੀਆ ਸਾਹਿਬ, ਚਾਹੇ ਹੋਵੇ, ਫੈਸਲਾ ਜਿਹੜਾ ਹੈ ਉਹ ਸਿਆਸੀ ਤਾਕਤ ਚੋਂ ਨਿਕਲਦਾ ਹੁੰਦਾ, ਸਿਆਸੀ ਹਾਲਾਤ ਚੋਂ ਨਿਕਲਦਾ ਹੁੰਦਾ। ਇਸ ਵੇਲੇ ਦੀ ਸਿਆਸੀ ਜੋ ਹਾਲਾਤ ਹਨ, ਇਸ ਵੇਲੇ ਅਕਾਲੀ ਦਲ ਡਿਫੈਂਸਿਵ ਹੈ। ਉਹ ਇਸ ਵੇਲੇ ਕੋਈ ਇਹੋ ਜਿਹੀ ਗੱਲ ਨਹੀਂ ਕਰਨਾ ਚਾਹੂ ਜਿਹੜਾ ਉਹਦੇ ਖਿਲਾਫ ਵਰਤਿਆ ਜਾ ਸਕੇ। ਮੇਰੀ ਸਮਝ ਇਹ ਗੱਲ ਆਉਂਦੀ ਹੈ ਕਿ ਹੁਣ ਉਹ ਜਥੇਦਾਰ ਸਾਹਿਬ ਨੂੰ ਕਿਸੇ ਵੀ ਤਰ੍ਹਾਂ ਉਹਨਾਂ ਦੇ ਖਿਲਾਫ ਕੋਈ ਅਜਿਹੀ ਕਾਰਵਾਈ ਨਹੀਂ ਕਰਨਗੇ ਔਰ ਇਸ ਇਸ਼ੂ ਤੇ ਬਿਲਕੁਲ ਨਹੀਂ ਕਰਨਗੇ, ਕਿਉਂਕਿ ਇਹ ਪੈਂਤੜਾ ਜਥੇਦਾਰ ਸਾਹਿਬ ਦਾ ਇਹ ਅਲਟੀਮੇਟਲੀ ਅਕਾਲੀ ਦਲ ਦੇ ਹੱਕ ਵਿੱਚ ਹੀ ਜਾ ਸਕਦਾ ਹੈ। ਜੇ ਗੱਲ ਉਹਨਾਂ ਨੂੰ ਇਸ ਤਰ੍ਹਾਂ ਕਾਰਜ ਕਰਨ ਦੇਵੇ ਤੇ ਜੇ ਉਹਨਾਂ ਨੇ ਉਹਨਾਂ ਨੂੰ ਸੁਤੰਤਰ ਰੂਪ ਕਾਰਜ ਨਾ ਕਰਨ ਦਿੱਤਾ ਤਾਂ ਜਿਸ ਤਰ੍ਹਾਂ ਪਹਿਲਾਂ ਵੀ ਦੋਸ਼ ਲੱਗਦੇ ਰਹੇ ਅਕਾਲੀ ਦਲ ਦੇ ਉੱਪਰ ਤੇ ਇੱਕ ਐਡੀਸ਼ਨਲ ਦੋਸ਼ ਹੁਣ ਹੋ ਜਾਣਾ ਹੈ। ਮੈਂ ਸਮਝਦਾ ਕਿ ਅਕਾਲੀ ਦਲ ਤੋਂ ਇਹ ਤੋਂ ਬਚਣਾ ਚਾਹੀਦਾ ਹੈ ਔਰ ਇਹਨੂੰ ਸੁਤੰਤਰ ਰੂਪ ਵਿੱਚ ਇਸ ਸੰਸਥਾ ਨੂੰ ਕਾਰਜ ਕਰਨਾ ਚਾਹੀਦਾ। ਜੀ ਜੀ ਡਾਕਟਰ ਸਾਹਿਬ ਗਰੇਵਾਲ ਸਾਹਿਬ ਆ ਗਏ। ਇਸ ਤੋਂ ਪਹਿਲਾਂ ਕਿ ਦੁਬਾਰਾ ਉਹਨਾਂ ਦਾ ਸੰਪਰਕ ਟੁੱਟੇ, ਉਹਨਾਂ ਨਾਲ ਜ਼ਰੂਰ ਗੱਲ ਕਰਨੀ ਹੈ। ਹਾਂਜੀ ਗਰੇਵਾਲ ਸਾਹਿਬ ਕੀ ਕਹੋਗੇ? ਮੈਂ ਕੋਈ ਜ਼ਿਆਦਾ ਟਾਈਮ ਨਹੀਂ ਕਰਾਂ। ਮੈਂ ਫੋਨ ਕਰਕੇ ਮੈਨੂੰ ਕਈ ਗੱਲਾਂ ਨਹੀਂ ਸਮਝ ਲੱਗੀਆਂ। ਪਹਿਲਾਂ ਮੈਂ ਆਪਣੇ ਵੈਦ ਸਾਹਿਬ ਦਾ ਮੈਂ ਜ਼ਿਕਰ ਕਰਨਾ ਚਾਹੁੰਦਾ। ਬੜੀਆਂ ਸੋਹਣੀਆਂ ਗੱਲਾਂ ਕੀਤੀਆਂ। ਗੁਰੂ ਸਾਹਿਬ ਦਾ ਜਿਹੜਾ ਸਿਧਾਂਤ ਹੈ, ਸਿੱਖ ਕੌਮ ਉਸੇ ਤੇ ਖੜੀ ਹੈ, ਅਕਾਲੀ ਦਲ ਵੀ ਉਸੇ ਦੇ ਪੂਰਾ ਪਹਿਰਾ ਦਿੰਦਾ, ਅਕਾਲ ਤਖਤ ਸਾਹਿਬ ਉਸ ਗੱਲ ਦੀ ਸਿੱਖਿਆ ਦਿੰਦਾ ਹੈ, ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ, ਯਾਦ ਕਰੇ ਅਮਰੀ ਗੁਰਿਆਈ। ਮੈਂ ਇੱਕ ਛੋਟੀ ਜਿਹੀ ਗੱਲ ਦੱਸਣੀ ਚਾਹੁੰਦਾ ਕਿਉਂਕਿ ਇਹ ਵਿਸ਼ੇ ਤੋਂ ਬਾਹਰ ਹੈ, ਪਰ ਇਹਨਾਂ ਨੇ ਇਹ ਗੱਲ ਚੁੱਕੀ ਸੀ ਕਿ ਫੈਡਰੇਸ਼ਨ 'ਚ ਪਿਛਲੇ ਸਮੇਂ ਕੰਮ ਕਰਦੇ ਸੀ। ਅਸੀਂ ਇੱਕ ਲਹਿਰ ਸ਼ਰਮ ਆਰੰਭ ਕੀਤੀ ਸੀ, ਇੱਕ ਪਿੰਡ ਇੱਕ ਗੁਰਦੁਆਰਾ। ਉਹਦੇ ਨਾਲ ਜਾਤ ਪਾਤ ਸਿੱਖ ਇੱਕ ਛੱਤ ਥੱਲੇ ਬੈਠ ਕੇ ਗੁਰੂ ਦੇ ਕੋਲੇ ਅਰਦਾਸ ਕਰਨਗੇ। ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹਨੂੰ ਅਪਣਾਇਆ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਨੂੰ ਕਰ ਰਹੀ ਆ, ਜਿਹੜੇ ਪਿੰਡ 2 ਜਾਂ 3 ਗੁਰਦੁਆਰਾ ਕਰਦੇ ਆ ਉਹਨੂੰ ਅਸੀਂ 1 ਲੱਖ ਰੁਪਏ ਦੀ ਗ੍ਰਾਂਟ ਦਿੰਦੇ ਆ, ਲਾਇਬ੍ਰੇਰੀ ਦਿੰਦੇ ਆ। ਸੋ ਉਹ ਜਿਹੜੀ ਪ੍ਰਕਿਰਿਆ ਵਾ, ਜਿਹੜੀ ਭਾਵਨਾ ਵਾ ਉਹ ਸੁੱਚੀ ਆ।
ਹੁਣ ਜਿਹੜੀ ਸਰਦਾਰ ਗਿਆਨੀ ਸਿੰਘ ਹੋਣਾ ਨੇ ਜ਼ਿਕਰ ਕੀਤਾ, ਵਾਕਿਆ ਹੀ ਬਿਲਕੁਲ ਗੱਲ ਮੈਂ ਇਹਨਾਂ ਨਾਲ ਸਹਿਮਤ ਹਾਂ ਕਿ ਅਕਾਲ ਤਖਤ ਸਾਹਿਬ ਆਪਣੇ ਆਪ ਵਿੱਚ ਇੱਕ ਆਜ਼ਾਦ ਹਸਤੀ ਹੋਣਾ ਚਾਹੀਦਾ। ਸੋ ਅਕਾਲੀ ਦਲ ਦਾ ਬਿਲਕੁਲ ਕਿਸੇ ਦਖਲ ਦੀ ਮਨਸ਼ਾ ਨਾ ਇਸ ਗੱਲ ਦੇ ਵਿੱਚ ਕੋਈ ਸਹਿਮਤੀ ਹੈ। ਜਿਹੜੀ ਗੱਲ ਮੈਂ ਕੀਤੀ ਸੀ ਮੈਨੂੰ ਉਠਾਇਆ ਗਿਆ ਸੀ, ਪਰ ਮੇਰੀ ਗੱਲ ਨੂੰ ਚਰਚਾ ਜ਼ਰੂਰ ਕੀਤਾ ਕਿ ਇੱਥੇ ਸਿਰਫ ਇੱਕ ਅਸੀਂ ਇਕੱਲੀ ਡਿਬੇਟ ਨਾ ਕਰੀਏ, ਜਿਉਂਦਾ ਹਿੰਦੁਸਤਾਨ ਦਾ ਸਾਰਿਆਂ ਨੇ ਸਿੱਖਾਂ ਨਾਲ ਵਿਤਕਰਾ ਕੀਤਾ। ਮੈਂ ਇੱਥੇ ਅਕਾਲੀ ਦਲ ਦੇਣਾ ਚਾਹੁੰਦਾ, ਥੋੜਾ ਜਿਹਾ ਮਸਲਾ ਆਇਆ ਪਿਛਲੇ ਦਿਨਾਂ 'ਚ ਇਹ ਕਿਸਾਨਾਂ ਦੀ MSP ਦੇ ਬਾਰੇ 'ਚ, ਤੇ ਅਕਾਲੀ ਦਲ ਨੇ ਇਹ ਗੱਲ ਪੰਜਾਬੀ 'ਚ ਕਹਿ ਦਿੱਤੀ ਆ ਕਿ ਜੇ ਕਿਸਾਨਾਂ ਦੇ ਨਾਲ ਇਸ ਤਰ੍ਹਾਂ ਅਸੀਂ ਗੱਦੀਆਂ ਦੇ ਉਹਦੇ, ਇਹ ਤਾਂ ਕੌਮੀ ਮਸਲਾ ਹੈ। ਜਿੱਥੇ ਵੀ ਕੌਮ ਦਾ ਮਸਲਾ ਗੁਰਦੁਆਰਾ ਸਾਹਿਬ ਦੀ ਗੱਲ ਆਉਂਦੀ ਆ, ਤੁਸੀਂ ਜੰਮੂ ਕਸ਼ਮੀਰ ਦਾ ਬੋਰਡ ਦੇਖ ਲਓ ਸਿੱਖਾਂ ਦੇ ਬੋਰਡ ਦੇ ਮਸਲੇ 'ਚ, ਉੱਥੇ ਵੀ ਗੱਲ ਕੀਤੀ ਆ। ਦੇਖੋ ਜੇ ਅਸੀਂ ਭਾਈਵਾਲਾਂ ਦੇ ਹਮੇਸ਼ਾ ਗੱਲ ਕਰਦੇ ਆ, ਜੇ ਅਸੀਂ ਭਾਈਵਾਲ ਤਾਂ ਦਿੱਲੀ ਗਿਆਨ ਗੋਦੜੀ ਮੰਗੂ ਮੱਠ ਬੜਾ ਇਸ਼ੂ ਨੇ। ਮੈਂ ਕਹਿ ਚੁੱਕਿਆ ਜੀ, ਇਹੀ ਗੱਲ ਕਹਿ ਚੁੱਕਿਆ, ਸਾਡੇ ਨਾਲ ਇਹ ਧੱਕਾ ਵਾ, ਅਸੀਂ ਕਹਿ ਚੁੱਕੇ ਆ। ਅਸੀਂ ਜੀ ਮੇਰਾ ਖਿਆਲ ਹੈ ਹਾਂਜੀ ਤੁਹਾਡੀ ਆਵਾਜ਼ ਫਿਰ ਚਲੀ ਗਈ, ਸ਼ਾਇਦ ਤੁਹਾਨੂੰ ਗਰੇਵਾਲ ਸਾਹਿਬ ਤੁਹਾਡਾ ਕੋਈ ਫੋਨ ਆ ਗਿਆ ਸੀ, ਇਸ ਕਰਕੇ ਵੈਸੇ ਮੈਂ ਪੈਨਲਿਸਟ ਨੂੰ ਜਦੋਂ ਅਸੀਂ ਕੱਲ ਤੋਂ ਗੱਲ ਸ਼ੁਰੂ ਕਰਾਂਗੇ ਬੇਨਤੀ ਕਰਾਂਗੇ ਤੁਸੀਂ ਕਾਲ ਫਾਰਵਰਡ ਲਾ ਕੇ ਆਓ, ਤਾਂ ਕਿ ਸਾਡਾ ਪ੍ਰੋਗਰਾਮ ਚੱਲਦਾ ਕਈ ਵਾਰੀ ਡਿਸਟਰਬ ਹੋ ਜਾਂਦਾ। ਤੋ ਸਾਡੇ ਇੱਕ ਪੈਨਲਿਸਟ ਪਹਿਲਾਂ ਹੀ ਚਲੇ ਗਏ ਜਿਹੜੇ ਆਮ ਆਦਮੀ ਪਾਰਟੀ ਤੋਂ ਸੀ। ਸੋ ਮੈਂ ਜਿਹੜੀ ਗੱਲ ਸਮਝਦਾ ਅੱਜ ਦਾ ਜਿਹੜਾ ਸਾਡਾ ਵਿਸ਼ਾ ਸੀ, ਅਸਲ ਵਿੱਚ ਗੱਲ ਤਾਂ ਇਹ ਹੈ ਕਿ ਬਹੁਤ ਸਾਰੇ ਜਿਹੜੇ ਇਸ਼ੂਜ਼ ਨੇ, ਨਵੇਂ ਇਸ਼ੂ ਉਠਾਏ ਔਰ ਬਹੁਤ ਸਖਤ ਲਫ਼ਜ਼ਾਂ 'ਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਕੱਲ ਜਿਸ ਤਰ੍ਹਾਂ ਵੀ ਉਹਨਾਂ ਦੀ ਮਨ ਦੀ ਹਾਲਤ ਸੀ, ਕੱਲ ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਇਹ ਪੁੱਛਿਆ ਕਿ ਤੁਸੀਂ ਇਕੱਠ ਕਿਉਂ ਕੀਤਾ, ਤੇ ਉਹਨਾਂ ਨੇ ਤਾਂ ਇਹ ਵੀ ਕਿਹਾ ਕਿ ਸਰਕਾਰੀ ਅੰਕੜੇ ਕੁਝ ਹੋਰ ਕਹਿੰਦੇ ਨੇ। ਯਾਨੀ ਉਹਨਾਂ ਨੇ ਤਾਂ ਇੱਕ ਕਿਸਮ ਦੇ ਕਰੋਨਾ ਦੇ ਅੰਕੜਿਆਂ ਤੇ ਵੀ ਸਵਾਲ ਜਿਹੜਾ ਹੈ ਉਠਾਤਾ ਸੀ ਇਕੱਠ ਕਰਨ ਦੀ ਜਦੋਂ ਗੱਲ ਕੀਤੀ ਗਈ। ਇਸੇ ਤਰ੍ਹਾਂ ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀ ਸਵਾਲ ਉਠਾਏ। ਹਾਲਾਂਕਿ ਮੈਂ ਮੀਡੀਆ ਦਾ ਬੰਦਾ, ਮੈਂ ਮੀਡੀਆ ਦਾ ਪ੍ਰੋਫੈਸਰ ਹਾਂ, ਮੈਂ ਬਹੁਤ ਵਾਰੀ ਗੱਲ ਕੀਤੀ ਹੈ ਕਿ ਮੀਡੀਆ ਤੇ ਕੋਈ ਇਸ ਤਰ੍ਹਾਂ ਦੀ ਨਹੀਂ, ਸੋਸ਼ਲ ਮੀਡੀਆ ਦਾ ਇੱਕ ਆਪਦਾ ਬਹੁਤ ਵਧੀਆ ਵੀ ਰੋਲ ਹੈ, ਤੇ ਕੋਈ ਕਿਸੇ ਦਾ ਕਦੇ ਕੋਈ ਵੀ ਚੀਜ਼ ਹੈ ਉਹ ਜਿਹੜੀ ਹੈ ਉਹਦੇ ਨੈਗੇਟਿਵ ਪੋਜ਼ਿਟਿਵ ਦੋਨੇ ਪੱਖ ਹੁੰਦੇ ਨੇ। ਲੇਕਿਨ ਜਿਹੜੀ ਗੱਲ ਇਹਨਾਂ ਨੇ ਕੱਲ ਇਹ ਕੀਤੀ ਹੈ, ਜਿਵੇਂ ਡਾਕਟਰ ਕੇਟ ਸਿੰਘ ਨੇ ਕਿਹਾ, ਇਹਦੇ ਦੂਰਗਾਮੀ ਜਿਹੜੇ ਹੈ ਪ੍ਰਭਾਵ ਜਾਂ ਇੰਪਲੀਕੇਸ਼ਨਸ ਨਜ਼ਰ ਆਉਣਗੀਆਂ ਪੋਲੀਟੀਕਲ, ਇਹ ਦੇਖਣ ਵਾਲੀ ਗੱਲ ਹੈ। ਔਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਸ ਨੂੰ ਇਸ ਤੇ ਆਪਣੀ ਪ੍ਰਤੀਕਿਰਿਆ ਤੋਂ ਬਿਨਾਂ ਨਹੀਂ ਸਰਨਾ ਇਹ ਗੱਲ, ਨਹੀਂ ਤਾਂ ਫਿਰ ਇਹ ਇਸ ਦੇ ਹੋਰ ਕਈ ਕਿਸਮ ਦੇ ਅਰਥ ਕੱਢ ਲਏ ਜਾਣਗੇ। ਡਾਕਟਰ ਕੇਟ ਸਿੰਘ ਜੀ ਔਰ ਗੁਰਦੀਪ ਸਿੰਘ ਮੁੰਡੀ ਸਾਹਿਬ, सरदार कुलदीप सिंह बैद जी, गुरचरण सिंह गरेवाल साहब और सरदार गुरदीप सिंह जो यूनाइटेड अकाली दल तो साडा पहली बार शामिल होए ने, तुहाडा सब दा बहुत बहुत धन्नवाद। तुसी बहुत गंभीर मसले ते गंभीर विचारां कीतियां। बैद साहब मैं तुहानूं फिर याद कराउणा है, तुसी दो जिहड़े बहुत गंभीर मसले समाजिक भी उठा रहे हो और पोलीटिकल तो तुसी हो, एक MLA पोलीटिकली होगा तो ही MLA होगा। मैं वो गल नहीं करता, सियासी मसले भी उठाओ, लेकिन जिहड़े तुसी समाजिक मसले उठा रहे हो इन्हां ते बहुत जैनुअन ने, इन्हां ते भी आपां गल करांगे। और अज तुसी जो गल्लां कीतियां, जो मसले उठाए, उहदे लई तुहाडा सब दा बहुत बहुत धन्नवाद। प्यारे दर्शकों, तुसी साडे नाल जुड़दे हो, एक घंटे लई जुड़ के तुसी बैठदे हो, गलबात करदे हो, फिर साडीआं गल्लां नूं तुसी सत्थां तक लैके जांदे हो। फिर जो मैं हर रोज़ तुहानूं याद कराउणा है कि तुसी जदों 2022 च निर्णय करना है, उस लई फिर तुहानूं सौखा हो जाऊगा भी कौन की कर रहा सी, किसने की कीता ते किस तो की आस है। सारियां गल्लां फिर तुसी उदों करोगे ते वो सोच के फिर तुसी अगले 5 साल लई तैयारी जिहड़ी है तुहाडी हो रही है। तुहाडा भी बहुत बहुत धन्नवाद। मिलदे हां कल सवेरे आपां 8:40 ते खबर ते नज़र हरजिंदर वालिया शो च, कल शाम नूं चर्चा दे विच 5:30 बजे। शुक्रिया।